ਹੈਲੋ एवरीवन ਵੈਲਕਮ ਟੂ ਭਾਰਤ ਆਈਕਿਊ ਐਜੂਕੇਸ਼ਨ। ਅੱਜ ਆਪਾਂ ਡਿਸਕਸ ਕਰਾਂਗੇ ਇੰਪੋਰਟੈਂਟ ਜਨਰਲ ਅਵੇਅਰਨੈਸ ਦੇ MCQ ਜਿਹੜੇ ਕਿ ਤੁਹਾਡੇ ਆਉਣ ਵਾਲੇ ਐਗਜ਼ਾਮਸ ਨੇਗੇ, ਚਾਹੇ ਉਹ ਸਬ ਇੰਸਪੈਕਟਰ ਦਾ ਐਗਜ਼ਾਮ ਹੋਵੇ ਜਿਹੜਾ ਕਿ ਦੁਬਾਰਾ ਹੋਣਾਗਾ, ਠੀਕ ਹੈ, ਚਾਹੇ ਉਹ PSPCL ਹੋਵੇ ਜਿਹਦੀ ਡੇਟ ਵੀ ਅਨਾਊਂਸ ਹੋ ਚੁੱਕੀ ਹੈ, ਠੀਕ ਹੈ। ਇਹ ਸੀਰੀਜ਼ ਆਪਾਂ ਕੰਟੀਨਿਊ ਰੱਖਾਂਗੇ ਜਦੋਂ ਤੱਕ ਤੁਹਾਡੇ ਐਗਜ਼ਾਮਸ ਨਹੀਂ ਹੋ ਜਾਂਦੇ। ਰੋਜ਼ 20 ਕੁਐਸਚਨ ਕਰਾਂਗੇ ਆਪਾਂ ਡਿਸਕਸ, ਜਿਹੜੇ ਕਿ TCS ਦੇ ਐਗਜ਼ਾਮ ਦੇ ਵਿੱਚ ਆ ਚੁੱਕੇ ਨੇ, ਠੀਕ ਹੈ। ਤੁਹਾਨੂੰ ਪਤਾ ਹੈ ਵੀ ਜਿਹੜੀ ਇਹ ਜਿੰਨੇ ਵੀ ਐਗਜ਼ਾਮਸ ਆਨਲਾਈਨ ਹੋ ਰਹੇ ਨੇ ਤਾਂ ਉਹਦੀ ਕੰਡਕਟਿੰਗ ਬੋਡੀ ਕੀ ਹੈ, TCS ਹੈ, ਅਤੇ ਉਹ ਕੁਐਸਚਨ ਕਾਫੀ ਰਿਪੀਟ ਕਰ ਰਹੇ ਨੇਗੇ, ਠੀਕ ਹੈ, ਅਤੇ ਉਹਦੇ ਨਾਲ ਮਿਲਦੇ ਜੁਲਦੇ ਕੁਐਸਚਨ ਪੁੱਛ ਰਹੇ ਨੇ। ਅਤੇ ਆਪਾਂ ਅੱਜ ਤੋਂ ਇਹ ਸੀਰੀਜ਼ ਕੰਟੀਨਿਊ ਰੱਖਾਂਗੇ ਅਤੇ ਅੱਜ ਤੋਂ ਆਪਾਂ ਕੀ ਕਰਾਂਗੇ 20 ਕਰਕੇ ਸਾਰੇ ਕੁਐਸਚਨ ਡਿਸਕਸ ਕਰਾਂਗੇ, ਠੀਕ ਹੈ। ਜ਼ਿਆਦਾ ਦੇਰੀ ਨਾ ਕਰਦੇ ਹੋਏ ਅੱਜ ਦਾ ਪਹਿਲਾ ਕੁਐਸਚਨ ਲੈਣਗੇ ਆਪਾਂ, ਹੂ ਕੈਨ ਇਸਟੈਬਲਿਸ਼ ਐਨ ਇੰਟਰਸਟੇਟ ਰਿਲੇਸ਼ਨ, ਠੀਕ ਹੈ। ਇੰਟਰਸਟੇਟ ਰਿਲੇਸ਼ਨ ਕੌਣ ਇਸਟੈਬਲਿਸ਼ ਕਰ ਸਕਦਾ ਹੈ? ਤਾਂ ਤੁਹਾਡਾ ਆਨਸਰ ਆ ਜਾਏਗਾ ਪ੍ਰੈਜ਼ੀਡੈਂਟ। ਸਭ ਤੋਂ ਪਹਿਲਾਂ ਇੰਟਰਸਟੇਟ ਰਿਲੇਸ਼ਨ ਕੀ ਹੁੰਦੇ ਨੇਗੇ? ਜਿਹੜੇ ਸਟੇਟ ਦੇ ਵਿੱਚ ਰਿਲੇਸ਼ਨ ਨੇ ਉਹਨੂੰ ਇੰਟਰਸਟੇਟ ਰਿਲੇਸ਼ਨ ਕਹਿ ਦਿੰਦੇ ਨੇ। ਅਤੇ ਪ੍ਰੈਜ਼ੀਡੈਂਟ ਕਰਦਾ ਕੀ ਹੈ? ਉਹ ਕੀ ਕਰਦਾ, 263 ਆਰਟੀਕਲ ਹੈ ਜਿਹੜਾ 263 ਆਰਟੀਕਲ ਹੈ, ਉਹਦੇ ਅੰਡਰ ਕੀ ਕਰਦਾ ਹੈਗਾ, ਇੰਟਰਸਟੇਟ ਕੌਂਸਲ ਬਣਾਉਂਦਾ ਹੈ, ਇੰਟਰਸਟੇਟ ਕੌਂਸਲ ਬਣਾਉਂਦਾ ਹੈਗਾ, ਠੀਕ ਹੈ। ਤਾਂ ਉਹ ਕੀ ਕਰਦੀ ਹੈ, ਜਿੰਨੇ ਵੀ ਫੈਸਲੇ ਨੇਗੇ ਸਟੇਟ ਰਿਲੇਸ਼ਨ ਨਾਲ ਲੈ ਕੇ, ਉਹ ਕੌਣ ਕਰਦੀ ਹੈ? ਇੰਟਰਸਟੇਟ ਕੌਂਸਲ ਕਰਦੀ ਹੈ, ਅਤੇ ਉਹਨੂੰ ਇਸਟੈਬਲਿਸ਼ ਕਰਦਾ ਪ੍ਰੈਜ਼ੀਡੈਂਟ। ਇੱਕ ਹੋਰ ਕੁਐਸਚਨ ਬਹੁਤ ਜ਼ਿਆਦਾ ਪੇਪਰਾਂ 'ਚ ਪੁੱਛਿਆ ਜਾਂਦਾ ਹੈ ਕਿ ਇੰਟਰਸਟੇਟ ਕੌਂਸਲ ਹੈ ਜਿਹੜੀ, ਉਹਦਾ ਚੇਅਰਮੈਨ ਕੌਣ ਹੁੰਦਾ ਹੈ? ਤਾਂ ਤੁਸੀਂ ਯਾਦ ਰੱਖਣਾ ਪ੍ਰਾਈਮ ਮਿਨਿਸਟਰ, ਠੀਕ ਹੈ। ਪ੍ਰਾਈਮ ਮਿਨਿਸਟਰ ਕੀ ਕਰਦਾ ਹੈਗਾ, ਚੇਅਰ ਕਰਦਾ ਹੈਗਾ ਕਿਹਨੂੰ? ਇੰਟਰਸਟੇਟ ਕੌਂਸਲ ਨੂੰ, ਠੀਕ ਹੈ। ਨਾਲ ਹੀ ਇੱਕ ਐਡੀਸ਼ਨਲ ਇਨਫੋਰਮੇਸ਼ਨ ਜਿਹੜੀ ਕਿ ਪੇਪਰਾਂ 'ਚ ਵਾਰ ਆਰਟੀਕਲ ਪੁੱਛਿਆ ਜਾ ਰਿਹਾ 262, ਠੀਕ ਹੈ। ਜਿਹੜਾ 262 ਆਰਟੀਕਲ ਹੈ ਤਾਂ ਉਹ ਕੀ ਕਰਦਾ, ਪ੍ਰੋਵਾਈਡ ਕਰਦਾ ਹੈਗਾ ਐਡਜੂਡੀਕੇਸ਼ਨ ਆਫ ਇੰਟਰਸਟੇਟ ਵਾਟਰ ਡਿਸਪਿਊਟਸ। ਜਿਹੜੇ ਵਾਟਰ ਡਿਸਪਿਊਟ ਹੋ ਰਹੇ ਨੇਗੇ, ਕਾਵੇਰੀ ਰਿਵਰ ਡਿਸਪਿਊਟ ਹੈ ਜਿਵੇਂ ਤਾਮਿਲਨਾਡੂ ਵੱਲ, ਠੀਕ ਹੈ, ਉਹ ਸਾਰੇ ਡਿਸਪਿਊਟਸ ਨੂੰ ਕਿਹੜੇ ਆਰਟੀਕਲ ਅੰਡਰ ਐਡਜੂਡੀਕੇਟ ਕੀਤਾ ਜਾਂਦਾ ਹੈਗਾ? 262 ਆਰਟੀਕਲ ਅੰਡਰ, ਠੀਕ ਹੈ। ਅਤੇ ਉਹ ਕੌਣ ਕਰੇਗਾ ਜਿਹੜੀ ਜਿੰਨੇ ਵੀ ਜਜਮੈਂਟਸ ਨੇ ਉਹ ਕੌਣ ਦੇਗਾ? ਪਾਰਲੀਮੈਂਟ। ਇਹ ਯਾਦ ਰੱਖਿਓ, ਠੀਕ ਹੈ। ਕੰਸਟੀਟਿਊਸ਼ਨ 'ਚ ਮੈਂਸ਼ਨ ਹੈ ਕਿ ਨਾ ਤਾਂ ਹਾਈ ਕੋਰਟ ਨਾ ਸੁਪਰੀਮ ਕੋਰਟ ਇਹ 'ਚ ਐਡਜੂਡੀਕੇਟ ਕਰ ਸਕਦਾ ਹੈਗਾ, ਸਿਰਫ ਕੌਣ ਕਰ ਸਕਦਾ ਹੈਗਾ? ਪਾਰਲੀਮੈਂਟ, ਠੀਕ ਹੈ। ਇਹ ਕੁਐਸਚਨ ਪੁੱਛਿਆ ਗਿਆ ਸੀਗਾ ਐਕਸਾਈਜ਼ ਇੰਸਪੈਕਟਰ ਦੇ ਵਿੱਚ, ਤਾਂ ਤੁਸੀਂ ਇਹ ਯਾਦ ਰੱਖਣਾ ਹੈ, ਅੱਗੇ ਵੀ ਰਿਪੀਟ ਹੋ ਸਕਦਾ ਹੈ, ਠੀਕ ਹੈ। 263 ਕਿਹਦਾ ਸੀਗਾ? ਇੰਟਰਸਟੇਟ ਕੌਂਸਲ। 262 ਵਾਟਰ ਡਿਸਪਿਊਟਸ ਨਾਲ ਰਿਲੇਟਡ ਹੈ, ਤੁਸੀਂ ਯਾਦ ਰੱਖਿਓ। ਨੈਕਸਟ ਕੀ ਹੈ, ਵਿਚ ਆਫ ਦਾ ਫੋਲੋਇੰਗ ਸ਼ਡਿਊਲਸ ਡੀਲਸ ਵਿਦ 3 ਲੈਜਿਸਲੇਟਿਵ ਲਿਸਟ, ਠੀਕ ਹੈ। ਆਪਾਂ ਨੂੰ ਪਤਾ ਵੀ ਆਪਣੇ ਜਿਹੜੇ ਕੰਸਟੀਟਿਊਸ਼ਨ ਹੈ ਉਹਦੇ ਵਿੱਚ 3 ਲਿਸਟਾਂ ਦਿੱਤੀਆਂ ਗਈਆਂ ਨੇਗੀਆਂ, ਸਬਜੈਕਟਸ ਦਿੱਤੇ ਗਏ ਨੇ ਕਿ ਕਿੰਨਾ ਤੇ ਸੈਂਟਰ ਵਰਕ ਕਰ ਸਕਦਾ ਹੈ, ਕਿੰਨਾ ਤੇ ਸਟੇਟ ਕਰ ਸਕਦਾ ਹੈ, ਅਤੇ ਕਿਹਨਾਂ ਤੇ ਸੈਂਟਰ ਤੇ ਸਟੇਟ ਦੋਨੋਂ ਕਰਦੇ ਨੇ, ਜਿਹਨੂੰ ਕੰਕੂਰੈਂਟ ਲਿਸਟ ਕਹਿੰਦੇ ਨੇ, ਠੀਕ ਹੈ। ਉਹ ਕਿਹੜੇ ਸ਼ਡਿਊਲ ਅੰਦਰ ਆਉਂਦੀਆਂ ਨੇਗੀਆਂ? 7th ਸ਼ਡਿਊਲ, ਠੀਕ ਹੈ। ਆਪਾਂ ਨੂੰ ਪਤਾ ਹੈ ਆਪਣੇ ਕੰਸਟੀਟਿਊਸ਼ਨ ਦੇ ਵਿੱਚ 12 ਸ਼ਡਿਊਲ ਨੇ, ਉਹਦੇ ਵਿੱਚੋਂ 7ਵਾਂ ਜਿਹੜਾ ਸ਼ਡਿਊਲ ਹੈ ਉਹਦੇ ਵਿੱਚ ਇਹ 3 ਲਿਸਟਾਂ ਦਿੱਤੀਆਂ ਗਈਆਂ ਨੇਗੀਆਂ। ਜੇ ਆਪਾਂ ਸਬਜੈਕਟ ਦੀ ਗੱਲ ਕਰੀਏ, ਜਿਹੜਾ ਕਿ ਕੁਐਸਚਨ ਪੁੱਛੇ ਜਾ ਰਹੇ ਨੇਗੇ, ਤਾਂ ਸੈਂਟਰ ਦੇ ਵਿੱਚ ਕੀ ਨੇਗੇ? 100 ਸਬਜੈਕਟ ਨੇ ਜਿਨ੍ਹਾਂ ਤੇ ਕੰਮ ਕਰ ਸਕਦੀ ਹੈ ਸੈਂਟਰ ਸਰਕਾਰ, ਸਿਰਫ ਸੈਂਟਰ ਸਰਕਾਰ ਕਰ ਸਕਦੀ ਹੈ। ਸਟੇਟ ਲਿਸਟ ਦੇ ਵਿੱਚ 61 ਨੇਗੇ। ਜੇ ਇਹੀ ਆਪਾਂ ਕੰਕੂਰੈਂਟ ਲਿਸਟ ਦੀ ਗੱਲ ਕਰੀਏ, ਕੰਕੂਰੈਂਟ ਲਿਸਟ ਦੇ ਵਿੱਚ ਕਿੰਨੇ ਨੇਗੇ? 52। ਇਹ ਤੁਸੀਂ ਯਾਦ ਰੱਖਣੇ ਨੇਗੇ। ਅਤੇ ਨਾਲ ਇਹ ਤੁਹਾਨੂੰ ਮੈਂ ਦੱਸ ਦੇਵਾਂ ਕਿ ਜਿਹੜੇ 12 ਸ਼ਡਿਊਲ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਉਹਨਾਂ ਵਿੱਚ ਮੇਨ ਜਿਹੜੇ 2 ਜ਼ਿਆਦਾ ਹੋਰ ਇੰਪੋਰਟੈਂਟ ਨੇ ਉਹ ਹੈਗੇ ਨੇ 11ਵਾਂ ਅਤੇ 12ਵਾਂ। ਪੇਪਰਾਂ 'ਚ ਬਹੁਤ ਵਾਰ ਪੁੱਛਿਆ ਗਿਆ ਕਿ 11ਵਾਂ ਸ਼ਡਿਊਲ ਕਿਹਦੇ ਨਾਲ ਰੀਲ ਕਰਦਾ ਹੈਗਾ? ਪੰਚਾਇਤੀ ਰਾਜ ਨਾਲ। ਪੰਚਾਇਤੀ ਰਾਜ ਨਾਲ 11ਵਾਂ ਕਰਦਾ ਹੈਗਾ। ਜੇ ਇਹੀ ਆਪਾਂ ਮਿਊਨਸੀਪਲ ਕਾਰਪੋਰੇਸ਼ਨ ਨੇ, ਜਿਹੜੀਆਂ ਮਿਊਨਸੀਪਲ ਕਮੇਟੀਜ਼ ਹੋ ਗਈਆਂ, ਉਹਨਾਂ ਨਾਲ ਨਗਰ ਪੰਚਾਇਤ ਹੋ ਗਿਆ, ਉਹਨਾਂ ਨਾਲ ਕੌਣ ਕਰਦਾ ਹੈਗਾ? ਆਪਣਾ 12ਵਾਂ ਸ਼ਡਿਊਲ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਕੀ ਹੈ, ਵਟ ਵਾਜ਼ ਦਾ ਥੀਮ ਆਫ 28th ਐਡੀਸ਼ਨ ਆਫ ਹੁਨਰ ਹੱਟ, ਠੀਕ ਹੈ। ਹੁਨਰ ਹੱਟ ਹੈ ਜਿਹੜੀ, ਉਹ ਇੱਕ ਤਰ੍ਹਾਂ ਦੀ ਜਿਹੜੇ ਹੈਂਡੀਕ੍ਰਾਫਟਸ ਹੁੰਦੇ ਨੇਗੇ, ਮੀਨਸ ਜਿਹੜੇ ਹੱਥਾਂ ਨਾਲ ਕੰਮ ਕਰਦੇ ਨੇਗੇ, ਹੈ ਨਾ, ਕੋਈ ਕਰਾਫਟਸ ਬਣਾਉਂਦੇ ਨੇਗੇ, ਉਹਨਾਂ ਨੂੰ ਪ੍ਰੋਤਸਾਹਿਤ ਦੇਣ ਲਈ ਸਰਕਾਰ ਕੀ ਕਰ ਰਹੀ ਹੈ? ਹੁਨਰ ਹੱਟ ਲਗਾ ਰਹੀ ਹੈਗੀ ਥਾਂ ਥਾਂ 'ਤੇ। ਉਹਦੀ ਥੀਮ ਕੀ ਹੈ? ਥੀਮ ਕੀ ਹੈ? ਵੋਕਲ ਫੋਰ ਲੋਕਲ, ਠੀਕ ਹੈ। ਆਵਾਜ਼ ਫੋਰ ਮਤਲਬ ਜਿਹੜੇ ਲੋਕਲ ਲੋਕ ਨੇ ਉਹਨਾਂ ਲਈ ਆਵਾਜ਼ ਉਠਾਉਣੀ, ਵੋਕਲ ਫੋਰ ਲੋਕਲ, ਠੀਕ ਹੈ। ਇਹ ਜਿਹੜੀ 28th ਐਡੀਸ਼ਨ ਹੋਇਆ ਸੀ, ਇਹ ਹੋਇਆ ਸੀ ਗੋਆ ਦੇ ਵਿੱਚ, ਠੀਕ ਹੈ। ਹਰ ਮੰਥ ਕਿਤੇ ਨਾ ਕਿਤੇ ਲੱਗ ਰਹੀ ਹੈਗੀ। ਜਿਹੜੀ ਹੁਣ ਰੀਸੈਂਟ ਲੱਗ ਰਹੀ ਹੈਗੀ ਉਹ ਵਿਸ਼ਾਖਾਪਟਨਮ ਦੇ ਵਿੱਚ ਲੱਗ ਰਹੀ ਹੈਗੀ, ਠੀਕ ਹੈ, ਅਤੇ ਵਿਸ਼ਾਖਾਪਟਨਮ ਦੇ ਵਿੱਚ ਲੱਗੀ ਹੋਈ ਹੈਗੀ, ਠੀਕ ਹੈ। ਬਾਕੀ ਨੈਕਸਟ ਜਿਹੜੇ ਵੀ ਹੁਨਰ ਹੱਟ ਨੇਗੇ, ਤਾਂ ਉਹਨਾਂ ਵਾਸਤੇ ਸਾਰਿਆਂ ਵਾਸਤੇ ਇੱਕ ਕਾਮਨ ਥੀਮ ਰੱਖੀ ਗਈ ਹੈ, ਜਿਹੜੀ ਉਹ ਪੁੱਛੀ ਗਈ ਹੈਗੀ, ਕੀ ਹੈਗੀ? ਵੋਕਲ ਫੋਰ ਲੋਕਲ, ਠੀਕ ਹੈ। ਨੈਕਸਟ ਕੁਐਸਚਨ ਕੀ ਹੈ, ਅ ਪਰਸਨ ਨੋਟ ਐਨਰੋਲਡ ਐਜ਼ ਐਨ ਐਡਵੋਕੇਟ ਅੰਡਰ ਦਾ Advocates Act 1961 can be permitted to appear before a court in any particular case under, ठीक है। मान लो कोई एडवोकेट नहीं हैगा, ਕਿਹੜੇ ਆਰਟੀਕਲ ਅੰਡਰ, ਕਿਹੜੇ ਐਕਟ ਅੰਡਰ? ਐਡਵੋਕੇਟ ਐਕਟ 1961 ਅੰਦਰ ਕੋਈ ਹੈ ਨਹੀਂ, ਤਾਂ ਉਹ ਫਿਰ ਵੀ ਕੋਰਟ ਅੱਗੇ ਵੀ ਅਪੀਅਰ ਹੋ ਸਕਦਾ ਹੈਗਾ, ਪਰਮਿਟ ਕੀਤਾ ਜਾ ਸਕਦਾ ਉਹਨੂੰ। ਤਾਂ ਕਿਹੜੇ ਸੈਕਸ਼ਨ ਅੰਡਰ ਕੀਤਾ ਜਾ ਸਕਦਾ ਹੈਗਾ, ਠੀਕ ਹੈ। ਇਹ ਹੈਗਾ ਸੈਕਸ਼ਨ 32। ਫੈਕਚੁਅਲ ਕੁਐਸਚਨ ਹੈਗਾ, ਪੇਪਰ 'ਚ ਪੁੱਛਿਆ ਗਿਆ ਸੀਗਾ, ਅੱਗੇ ਵੀ ਪੁੱਛੇ ਜਾਣ ਦੀ ਉਮੀਦ ਹੈਗੀ। ਇਹ ਉਹ ਵਾਲਾ ਪਾਰਟ ਹੈ ਜਿਹੜਾ ਕਿ ਲੋ ਉਹਨਾਂ ਨੇ ਮੈਂਸ਼ਨ ਕੀਤਾ ਸੀ ਸਪੈਸ਼ਲ, ਕਿ ਲੋ 'ਚ ਵੀ ਅਸੀਂ ਕੁਐਸਚਨ ਪਾਵਾਂਗੇ, ਉਹ ਵਾਲਾ ਪਾਰਟ ਹੈ। ਇਹ ਸਿੱਧੇ ਕੁਐਸਚਨ ਆਉਂਦੇ ਨੇਗੇ, ਇਸ ਕਰਕੇ ਇਹਨੂੰ ਸਿੱਧਾ ਹੀ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਕੀ ਕਹਿੰਦਾ ਹੈ,
ਅਕੋਰਡਿੰਗ ਟੂ ਇੰਡੀਅਨ ਕੰਸਟੀਟਿਊਸ਼ਨ ਵਿਚ ਪੇਅਰ ਆਫ ਆਰਟੀਕਲ ਕੰਸਟੀਟਿਊਟਸ ਇਜ਼ ਕਰੈਕਟ। ਠੀਕ ਹੈ, 4 ਆਰਟੀਕਲ ਦਿੱਤੇ ਗਏ ਨੇ, ਉਹਨਾਂ ਦੇ ਅੱਗੇ ਦੱਸਿਆ ਗਿਆ ਵੀ ਕਾਹਦਾ ਆਰਟੀਕਲ ਹੈ ਇਹ, ਉਹਨਾਂ 'ਚ ਦੱਸਣਾ ਵੀ ਕਰੈਕਟ ਕਿਹੜਾ ਹੈ। ਕਰੈਕਟ ਕਿਹੜਾ ਹੈਗਾ 126 ਵਾਲਾ। ਇਹ ਕੀ ਕਹਿ ਰਿਹਾ, ਅਪੋਇੰਟਮੈਂਟ ਆਫ ਐਕਟਿੰਗ ਚੀਫ ਜਸਟਿਸ ਆਫ ਸੁਪਰੀਮ ਕੋਰਟ। ਅਗਰ ਆਪਾਂ ਨੇ ਦੇਖੀਏ ਤਾਂ ਜਿਹੜੀ ਅਪੋਇੰਟਮੈਂਟ ਹੁੰਦੀ ਹੈਗੀ ਐਕਟਿੰਗ ਚੀਫ ਜਸਟਿਸ ਦੀ, ਉਹ ਕਿਹੜੇ ਆਰਟੀਕਲ ਅੰਡਰ ਹੁੰਦੀ ਹੈਗੀ 126 ਦੀ, ਤੁਸੀਂ ਯਾਦ ਰੱਖਣਾ ਹੈ। ਇਹੀ ਆਪਾਂ 129 ਆਰਟੀਕਲ ਦੀ ਗੱਲ ਕਰੀਏ ਤਾਂ ਉਹ ਕੀ ਕਰਦਾ ਹੈਗਾ, ਉਹ ਦਿੰਦਾ ਹੈਗਾ ਕੋਰਟ ਆਫ ਕੰਟੈਂਪਟ ਆਫ ਇਟਸੈਲਫ। ਮਤਲਬ ਕਿ ਇਹਦੇ ਵਿੱਚ ਲਿਖਿਆ ਗਿਆ ਹੈਗਾ ਕਿ ਜਿਹੜਾ ਸੁਪਰੀਮ ਕੋਰਟ ਹੈ ਉਹ ਕਿਸੇ ਨੂੰ ਪੁਨਿਸ਼ ਕਰ ਸਕਦਾ ਹੈ ਜੇ ਕੋਈ ਉਹਦੀ ਕੰਟੈਂਪਟ ਕਰਦਾ ਹੈਗਾ। ਠੀਕ ਹੈ, ਉਹਨੂੰ ਮਤਲਬ ਕਿ ਉਹਦੀ ਜਿਹੜੀ ਡਿਕਰੀ ਹੈਗੀ ਜਾਂ ਉਹਦੀ ਜਜਮੈਂਟ ਹੈ ਉਹਨੂੰ ਨਹੀਂ ਮੰਨਦਾ ਤਾਂ ਉਹ ਕੋਰਟ ਆਫ ਕੰਟੈਂਪਟ ਦੇ ਵਿੱਚ ਆ ਜਾਂਦਾ ਹੈਗਾ। ਤੇ ਉਹ ਕਿਹੜੇ ਆਰਟੀਕਲ 'ਚ ਮੈਂਸ਼ਨ ਹੈਗਾ 129 ਦੇ ਵਿੱਚ। ਠੀਕ ਹੈ, ਇਹੀ ਆਪਾਂ ਸੀਟ ਆਫ ਸੁਪਰੀਮ ਕੋਰਟ ਦੀ ਗੱਲ ਕਰੀਏ ਤਾਂ ਇਹ 131 'ਚ ਨਾ ਹੋ ਕੇ ਕਿਹੜੇ ਆਰਟੀਕਲ ਅੰਡਰ ਆਉਂਦੀ ਹੈ 130 ਦੇ। 130 ਆਰਟੀਕਲ ਕਹਿੰਦਾ ਹੈ ਵੀ ਜਿਹੜੀ ਸੀਟ ਹੈ ਸੁਪਰੀਮ ਕੋਰਟ ਦੀ ਵੀ ਕਿੱਥੇ ਸੁਪਰੀਮ ਕੋਰਟ ਇਸਟੈਬਲਿਸ਼ਡ ਹੈ, ਉਹ ਕਿੱਥੇ ਲਿਖਿਆ ਹੋਇਆ 130 ਆਰਟੀਕਲ 'ਚ ਲਿਖਿਆ ਹੋਇਆ ਤੇ ਐਟ ਏ ਟਾਈਮ ਕਿੱਥੇ ਹੈ, ਦਿੱਲੀ ਦੇ ਵਿੱਚ। ਠੀਕ ਹੈ, ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਸੁਪਰੀਮ ਕੋਰਟ ਕਿੱਥੇ ਹੈ, ਦਿੱਲੀ ਦੇ ਵਿੱਚ ਹੈ। ਤੇ ਉਹ ਕਿਹੜੇ ਆਰਟੀਕਲ 'ਚ ਮੈਂਸ਼ਨ ਹੈ 130 ਆਰਟੀਕਲ ਦੇ ਵਿੱਚ ਮੈਂਸ਼ਨ ਹੈ ਸੀਟ ਆਫ ਸੁਪਰੀਮ ਕੋਰਟ। ਨਾਲ ਇਹ ਤੁਹਾਨੂੰ ਮੈਂ ਦੱਸ ਦੇਵਾਂ ਕਿ 131 ਜਿਹੜਾ ਆਰਟੀਕਲ ਹੈ ਉਹ ਕਿਹਦੇ ਨਾਲ ਕਰਦਾ, ਡੀਲ ਕਿਹਦੇ ਨਾਲ ਕਰਦਾ ਹੈਗਾ, ਓਰੀਜਨਲ ਯੂਰੀਡਿਕਸ਼ਨ ਆਫ ਸੁਪਰੀਮ ਕੋਰਟ। ਇਹ ਤਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਕਿ ਓਰੀਜਨਲ ਯੂਰੀਡਿਕਸ਼ਨ ਕਿਹੜੇ ਆਰਟੀਕਲ ਦੇ ਅੰਦਰ ਆਉਂਦੀ ਹੈਗੀ, ਤਾਂ ਤੁਸੀਂ ਸਿੱਧਾ ਹੀ ਆਂਸਰ ਦੇ ਦੇਣਾ 131 ਆਰਟੀਕਲ ਦੇ ਅੰਦਰ ਕੀ ਆਉਂਦੀ ਹੈ, ਓਰੀਜਨਲ ਯੂਰੀਡਿਕਸ਼ਨ ਆਉਂਦੀ ਹੈਗੀ। ਠੀਕ ਹੈ, ਨੈਕਸਟ ਕੁਐਸਚਨ ਕੀ ਕਹਿ ਰਿਹਾ ਹੈ, ਵਿਚ ਆਫ ਦਾ ਫੋਲੋਇੰਗ ਡੈਮਸ ਇਜ਼ ਬਿਲਟ ਔਨ ਦਾ ਰਿਵਰ ਸਤਲੁਜ। ਸਭ ਤੋਂ ਸੌਖਾ ਕੁਐਸਚਨ ਕਿ ਜਿਹੜਾ ਇਹਨਾਂ ਚੋਂ ਡੈਮ 'ਚ ਕਿਹੜਾ ਹੈਗਾ ਡੈਮ ਹੈਗਾ ਉਹ ਰਿਵਰ ਸਤਲੁਜ ਦੇ ਉੱਤੇ ਬਣਿਆ ਹੋਇਆ ਹੈਗਾ, ਭਾਖੜਾ। ਆਪਾਂ ਸਭ ਨੂੰ ਪਤਾ ਹੈ ਨਾ ਵੀ ਜਿਹੜਾ ਭਾਖੜਾ ਡੈਮ ਹੈ ਉਹ ਰਿਵਰ ਸਤਲੁਜ ਦੇ ਉੱਤੇ ਬਣਿਆ ਹੋਇਆ ਹੈਗਾ। ਤੇ ਤੁਹਾਡੇ ਤੋਂ ਇੱਕ ਕੁਐਸਚਨ ਪੁੱਛਾਂ ਜੇ ਮੈਂ, ਜਿਹੜਾ ਸ਼ਾਹਪੁਰ ਕੰਢੀ ਡੈਮ ਹੈ ਇਹ ਵੀ ਆਪਣੇ ਕਿੱਥੇ ਹੈ, ਪੰਜਾਬ ਦੇ ਵਿੱਚ ਹੈ, ਪਠਾਨਕੋਟ ਦੇ ਵਿੱਚ ਹੈ। ਇਹ ਕਿਹੜੀ ਰਿਵਰ ਤੇ ਬਣਿਆ ਹੋਇਆ ਹੈ, ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ। ਨੈਕਸਟ ਕੁਐਸਚਨ ਕੀ ਕਹਿੰਦਾ ਹੈ, ਦਾ ਬੈਲੈਂਸ ਬਿਟਵੀਨ ਦਾ એનર્ਜੀ ਦੈਟ ਅਰਥ ਰਿਸੀਵਸ ਫਰੋਮ ਦਾ ਸਨ ਐਂਡ ਦਾ એનર્ਜੀ ਇਟ ਰੇਡੀਏਟਸ ਬੈਕ ਇਨਟੂ ਆਊਟਰ ਸਪੇਸ ਕਾਲਡ। ਠੀਕ ਹੈ, ਮੰਨ ਲਓ એનર્ਜੀ ਆ ਰਹੀ ਹੈ, ਆਪਾਂ ਨੂੰ ਪਤਾ ਹੈ ਜਿਹੜਾ ਸਨ ਹੈਗਾ ਹੈ ਨਾ ਕੰਟੀਨਿਊਸਲੀ એનર્ਜੀ ਆਪਾਂ ਨੂੰ ਦੇ ਰਿਹਾ ਹੈਗਾ ਅਰਥ ਤੇ, ਤਾਂ ਉਹਨੂੰ ਅਰਥ ਤੇ એનર્ਜੀ ਨੂੰ ਆਉਣਾ ਉਦੋਂ ਬਾਅਦ ਜਾਣਾ ਉਹਨੂੰ ਕੀ ਕਹਿੰਦੇ ਨੇ, ਤਾਂ ਉਹਨੂੰ ਕੀ ਕਹਿੰਦੇ ਨੇ ਅਰਥ એનર્ਜੀ ਬਜਟ। ਠੀਕ ਹੈ, ਬਜਟ ਕਿੰਨਾ ਹੈ, ਮਤਲਬ ਕਿ ਕਿੰਨੀ એનર્ਜੀ ਜਾ ਰਹੀ ਹੈ। ਠੀਕ ਹੈ, ਕਿੰਨੀ એનર્ਜੀ ਆ ਰਹੀ ਹੈ। ਬਜਟ ਆਪਾਂ ਜਦੋਂ ਆਪਾਂ ਇਕੋਨਮੀ 'ਚ ਵੀ ਪੜ੍ਹਦੇ ਹਾਂ ਬਜਟ ਕੀ ਹੁੰਦਾ ਹੈਗਾ, ਕਿੰਨਾ ਐਕਸਪੈਂਡੀਚਰ ਹੈ ਤੇ ਕਿੰਨਾ ਰੈਵਨਿਊ ਹੈ। ਠੀਕ ਹੈ, ਉਹ ਪੜ੍ਹ ਦਾਂਗੇ ਆਪਾਂ। ਤਾਂ ਇਹਦੇ ਵਿੱਚ ਵੀ ਐਵੇਂ ਆ ਵੀ ਕਿੰਨੀ એનર્ਜੀ ਆਪਣੇ ਤੋਂ ਆ ਰਹੀ ਹੈ, ਕਿੰਨੀ ਖਰਚ ਕਰ ਰਹੇ ਤੇ ਕਿੰਨੀ ਵਾਪਸ ਰਿਫਲੈਕਟ ਹੋ ਜਾਂਦੀ ਹੈ। ਤਾਂ ਤੁਸੀਂ ਇੱਕ એનર્ਜੀ ਬਜਟ ਜਿਓਗ੍ਰਾਫੀ ਦੇ ਵਿੱਚ ਪੜ੍ਹਦੇ ਹੋ ਕਿ ਜੇ ਕੋਈ એનર્ਜੀ ਆ ਰਹੀ ਹੈ ਤਾਂ ਕੁਛ ਕੁ એનર્ਜੀ ਤਾਂ ਪਹਿਲੇ ਹੀ ਰਿਫਲੈਕਟ ਕਰ ਜਾਂਦੀ ਹੈ, ਕੁਛ ਕੁ ਬੱਦਲ ਓਬਜ਼ਰਵ ਕਰ ਲੈਂਦੇ ਨੇਗੇ। ਠੀਕ ਹੈ, ਕੁਛ ਕੁ ਐਵੇਂ ਜਿਹੜੇ ਧੂੜ ਕਣ ਨੇਗੇ ਉਹਨਾਂ ਤੋਂ ਰਿਫਲੈਕਟ ਕਰ ਜਾਂਦੀ ਹੈ, ਕੁਛ ਕੁ ਆਪਣੀ ਧਰਤੀ 'ਤੇ ਪਹੁੰਚ ਜਾਂਦੀ ਹੈ ਤੇ ਵਾਪਸ ਮੁੜਦੀ ਹੈ। ਠੀਕ ਹੈ, ਇਹਦੇ ਨਾਲ ਜਿਹੜਾ ਇੱਕ ਹੋਰ ਇੰਪੋਰਟੈਂਟ ਕੁਐਸਚਨ ਪੁੱਛਿਆ ਜਾਂਦਾ ਹੈਗਾ ਐਲਬੀਡੋ ਇਫੈਕਟ। ਐਲਬੀਡੋ ਇਫੈਕਟ। ਠੀਕ ਹੈ, ਜਿਹੜਾ ਐਲਬੀਡੋ ਇਫੈਕਟ ਹੈ ਉਹ ਕੀ ਹੁੰਦਾ ਹੈ, ਬਹੁਤ ਵਾਰ ਪੇਪਰ 'ਚ ਪੁੱਛਿਆ ਜਾਂਦਾ ਹੈ। ਐਲਬੀਡੋ ਇਫੈਕਟ ਹੁੰਦਾ ਹੈਗਾ ਕਿ ਕੋਈ ਮੰਨ ਲਓ ਲਾਈਟ ਆ ਰਹੀ ਹੈ ਤਾਂ ਉਹ ਜਿਹੜੀ ਆਈਸ ਕੈਪਸ ਨੇਗੀਆਂ, ਕੋਈ ਵਾਈਟ ਬੋਡੀਜ਼ ਨੇਗੀਆਂ, ਉਹਨਾਂ ਤੋਂ ਕੀ ਕਰਦੀ ਹੈ ਟਕਰਾ ਕੇ ਵਾਪਸ ਰਿਫਲੈਕਟ ਕਰ ਜਾਂਦੀ ਹੈ। ਠੀਕ ਹੈ, ਉਹਨੂੰ ਕਹਿੰਦੇ ਨੇ ਐਲਬੀਡੋ ਇਫੈਕਟ। ਬਟ ਕਿਉਂਕਿ ਪ੍ਰਦੂਸ਼ਣ ਬਹੁਤ ਹੋ ਰਿਹਾ ਹੈਗਾ, ਪ੍ਰਦੂਸ਼ਣ ਹੋਣ ਕਾਰਨ ਜਿਹੜੀ ਕਾਰਬਨਸ ਦੀ ਲੇਅਰ ਨਹੀਂ ਹੈ, ਬਲੈਕ ਲੇਅਰਸ, ਉਹ ਇਹ 'ਤੇ ਉੱਪਰ ਜੰਮ ਰਹੀਆਂ ਨੇਗੀਆਂ, ਜਿਹਦੇ ਕਰਕੇ ਜਿਹੜਾ ਐਲਬੀਡੋ ਇਫੈਕਟ ਹੈ ਉਹ ਕੀ ਕਰ ਰਿਹਾ, ਘਟ ਰਿਹਾ। ਇਸ ਕਰਕੇ ਜਿਹੜਾ ਆਪਣਾ ਐਟਮੋਸਫੇਅਰ ਹੈ ਕੀ ਹੋ ਰਿਹਾ ਹੈਗਾ, ਗਰਮ ਹੋ ਰਿਹਾ, ਜਿਹਦੇ ਨਾਲ ਕੀ ਹੋ ਰਿਹਾ, ਗ੍ਰੀਨ ਹਾਊਸ ਇਫੈਕਟ ਹੋ ਰਿਹਾ ਹੈਗਾ। ਇਹ ਕੁਐਸਚਨ ਬਹੁਤ ਵਾਰ ਪੁੱਛਿਆ ਜਾਂਦਾ ਹੈ ਕਿ ਐਲਬੀਡੋ ਇਫੈਕਟ ਹੈ ਕੀ ਹੈ, ਤਾਂ ਸਿਰਫ ਔਰ ਸਿਰਫ ਤੁਸੀਂ ਆਨਸਰ ਦੇਣਾ ਰਿਫਲੈਕਸ਼ਨ ਆਫ ਲਾਈਟਸ ਫਰੋਮ ਦੀ ਆਈਸ ਕੈਪਸ, ਜਾਂ ਜਿੰਨੇ ਵੀ ਹੀਟ ਆ ਵਾਪਸ ਜਾਣਾ ਉਹਦਾ। ਠੀਕ ਹੈ, ਉਹਨੂੰ ਕਹਿੰਦੇ ਨੇਗੇ ਆਪਣਾ ਐਲਬੀਡੋ ਇਫੈਕਟ। ਠੀਕ ਹੈ, ਉਹਦੇ ਕਿਹਦੇ ਕਰਕੇ ਘਟ ਰਹੇਗਾ, ਪੋਲਿਊਸ਼ਨ ਕਰਕੇ ਘਟ ਰਹੇਗਾ। ਇਹ ਵੀ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਕੀ ਆ ਗਿਆ ਤੁਹਾਡਾ, ਵਿਚ ਆਫ ਦਾ ਫੋਲੋਇੰਗਸ ਹੈਜ਼ ਰਿਸੀਵਡ ਟਾਈਮਜ਼ ਪਰਸਨ ਆਫ ਦਾ ਈਅਰ ਅਵਾਰਡ 2020। ਜਿਹੜਾ ਟਾਈਮਜ਼ ਪਰਸਨ ਆਫ ਦਾ ਈਅਰ ਅਵਾਰਡ ਹੈਗਾ ਉਹ ਕਿਹਨੂੰ ਮਿਲੇਗਾ। ਠੀਕ ਹੈ, ਇੱਕ ਤਾਂ ਜੋ ਬਿਡੇਨ ਤੇ ਇੱਕ ਕਮਲਾ ਹੈਰਿਸ। ਠੀਕ ਹੈ, ਦੋਨੋਂ ਹੀ ਕਿੱਥੋਂ ਬਿਲੋਂਗ ਕਰਦੇ ਨੇ, USA ਤੋਂ ਬਿਲੋਂਗ ਕਰਦੇ ਨੇਗੇ। ਜੋ ਬਿਡੇਨ ਕੀ ਨੇ, ਪ੍ਰੈਜ਼ੀਡੈਂਟ ਆਫ USA, ਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਉਹਨੇ ਕਮਲਾ ਹੈਰਿਸ। ਠੀਕ ਹੈ, ਯਾਦ ਰੱਖਿਓ ਦੋਨਾਂ ਨੂੰ ਕੀ ਮਿਲੇਗਾ, ਟਾਈਮਜ਼ ਪਰਸਨ ਆਫ ਦਾ ਈਅਰ ਅਵਾਰਡ 2020, ਜਿਹੜੇ ਕਿ ਦਸੰਬਰ ਦੇ ਵਿੱਚ ਕੀ ਕੀਤੇ ਸੀਗੇ, ਅਨਾਊਂਸ ਕੀਤੇ ਗਏ ਸੀਗੇ। ਨੈਕਸਟ ਕੁਐਸਚਨ, ਨੇਮ ਦਾ ਫਸਟ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ। ਠੀਕ ਹੈ, ਆਪਾਂ ਤੋਂ ਹੁਣ ਅੱਜ ਕੱਲ੍ਹ ਕੁਐਸਚਨ ਪੁੱਛਿਆ ਜਾਂਦਾ ਕਿ ਵੀ ਹੁਣ ਆਪਣੇ ਚੀਫ ਇਲੈਕਸ਼ਨ ਕਮਿਸ਼ਨ ਕਿਹੜੇ ਨੇਗੇ, ਤਾਂ ਆਪਾਂ ਨੂੰ ਫਸਟ ਹਰ ਇੱਕ ਚੀਜ਼ ਐਵੇਂ ਯਾਦ ਰੱਖਣੀ ਆਪਾਂ ਨੇ। ਜਿਵੇਂ ਆਪਾਂ ਨੂੰ ਫਸਟ ਪ੍ਰਾਈਮ ਮਿਨਿਸਟਰ ਦਾ ਚਲੋ ਕਾਮਨ ਹੋ ਗਿਆ, ਫਸਟ ਪ੍ਰੈਜ਼ੀਡੈਂਟ, ਐਵੇਂ ਫਸਟ ਐਜੂਕੇਸ਼ਨ ਮਿਨਿਸਟਰ ਪੁੱਛ ਲੈਂਦੇ ਨੇਗੇ। ਠੀਕ ਹੈ, ਐਵੇਂ ਤੁਸੀਂ ਯਾਦ ਰੱਖਣਗੇ। ਫਸਟ ਰੇਲਵੇ ਮਿਨਿਸਟਰ ਪੁੱਛੇ ਗਏ ਸੀਗੇ ਇੱਕ ਕੁਐਸਚਨ ਦੇ ਵਿੱਚ। ਠੀਕ ਹੈ, ਤੁਸੀਂ ਯਾਦ ਰੱਖਣਾ ਫਸਟ ਚੀਫ ਇਲੈਕਸ਼ਨ ਕਮਿਸ਼ਨ ਕੌਣ ਸੀਗੇ, ਆਪਣੇ ਸੁਕੁਮਾਰ ਸੈਨ ਸੀ ਜਿਹੜੇ ਆਪਣੇ ਫਸਟ ਚੀਫ ਇਲੈਕਸ਼ਨ ਕਮਿਸ਼ਨਰ ਸੀਗੇ। ਠੀਕ ਹੈ, ਉਦੋਂ ਕੀ ਹੁੰਦਾ ਸੀਗਾ, ਇੱਕ ਬੋਡੀ, ਇੱਕ ਮਤਲਬ ਕਿ ਇੱਕ ਪਰਸਨ ਦੀ ਬੋਡੀ ਹੁੰਦੀ ਸੀਗੀ ਇਲੈਕਸ਼ਨ ਕਮਿਸ਼ਨ ਵਾਲੀ।
ਬਟ ਅੱਜ ਕੀ ਹੋ ਗਿਆ, 3 ਜਿਹੜੇ ਬੰਦੇ ਨੇਗੇ ਉਹ ਬਣਦੇ ਨੇਗੇ ਇਲੈਕਸ਼ਨ ਕਮਿਸ਼ਨਰ, ਠੀਕ ਹੈ, ਜਿਹਦੇ ਵਿੱਚੋਂ ਇੱਕ ਹੁੰਦਾ ਚੀਫ ਇਲੈਕਸ਼ਨ ਕਮਿਸ਼ਨ ਤੇ 2 ਹੁੰਦੇ ਨੇ ਇਲੈਕਸ਼ਨ ਕਮਿਸ਼ਨ, ਜਿਹੜੇ ਕਿ ਆਪਣੀ ਇਲੈਕਸ਼ਨ ਜਿੰਨੇ ਨੇਗੇ ਕੰਡਕਟ ਕਰਵਾਉਂਦੇ ਨੇਗੇ, ਠੀਕ ਹੈ। ਤੇ ਨਾਲ ਹੀ ਤੁਸੀਂ ਯਾਦ ਰੱਖਣਾ ਕਿ ਐਟ ਏ ਟਾਈਮ ਕੌਣ ਨੇ ਆਪਣੇ ਜਿਹੜੇ ਚੀਫ ਇਲੈਕਸ਼ਨ ਕਮਿਸ਼ਨ ਨੇ, ਸੁਸ਼ੀਲ ਚੰਦਰਾ, ਠੀਕ ਹੈ। ਸੁਸ਼ੀਲ ਚੰਦਰਾ ਨੇ ਜਿਹੜੇ ਉਹ ਐਟ ਏ ਟਾਈਮ ਆਪਣੇ ਕੀ ਨੇਗੇ ਚੀਫ ਇਲੈਕਸ਼ਨ ਕਮਿਸ਼ਨਰ ਨੇ, ਤੇ ਕਿੰਨਵੇਂ ਨੰਬਰ ਦੇ ਨੇਗੇ, 24th ਨੰਬਰ ਦੇ। ਇਹ ਵੀ ਕੁਐਸਚਨ ਪੁੱਛਿਆ ਗਿਆ ਸੀਗਾ ਕਿ 24th ਨੰਬਰ ਦੇ ਕਿਹੜੇ ਬਣੇ ਨੇਗੇ, ਆਪਣੇ ਸੁਸ਼ੀਲ ਚੰਦਰਾ ਬਣੇ ਨੇਗੇ। ਤੇ ਨਾਲ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਦਾ ਜਿਹੜਾ ਟੈਨਿਓਰ ਹੁੰਦਾ ਉਹ ਕਿੰਨਾ ਹੁੰਦਾ ਹੈਗਾ, 6 ਈਅਰ ਜਾਂ 65 ਸਾਲ, ਠੀਕ ਹੈ। 6 ਈਅਰ ਜਾਂ 65 ਈਅਰ ਕੀ ਹੁੰਦਾ ਹੈਗਾ, ਜਾਂ ਤਾਂ ਉਹਨਾਂ ਦਾ ਟਰਮ ਹੋ ਜਾਏ 6 ਸਾਲ ਦੀ ਕੰਪਲੀਟ, ਜਾਂ ਉਹਨਾਂ ਦੀ ਉਮਰ ਹੋ ਜਾਏ 65 ਸਾਲ, ਤਾਂ ਵੀ ਉਹ ਕੀ ਕਰ ਜਾਣਗੇ, ਰਿਟਾਇਰ ਕਰ ਜਾਣਗੇ। ਇਹ ਤੁਸੀਂ ਯਾਦ ਰੱਖਣਾ। ਨਾਲ ਹੀ ਯਾਦ ਰੱਖਣਾ ਤੁਸੀਂ ਜਿਨ੍ਹਾਂ ਦੀ ਹੁਣੇ ਰੀਸੈਂਟ ਅਪਾਇੰਟਮੈਂਟ ਹੋਈ ਹੈ, ਇਸ ਕਰਕੇ ਇੰਪੋਰਟੈਂਟ ਬਣ ਜਾਂਦੇ ਨੇ ਕਿ ਜਿਹੜੇ ਚੀਫ ਇਲੈਕਸ਼ਨ ਕਮਿਸ਼ਨ ਨੇ ਉਹ ਤਾਂ ਤੁਹਾਡੇ ਸੁਸ਼ੀਲ ਚੰਦਰਾ ਨੇ, ਨਾਲ ਜਿਹੜੇ 2 ਇਲੈਕਸ਼ਨ ਕਮਿਸ਼ਨਰ ਨੇਗੇ ਜਿਹੜੇ ਉਹਨਾਂ ਨੂੰ ਹੈਲਪ ਕਰਦੇ ਨੇਗੇ, ਠੀਕ ਹੈ, ਉਹ ਕੌਣ ਕੌਣ ਨੇ, ਅਨੂਪ ਚੰਦਰ ਪਾਂਡੇ ਤੇ ਇੱਕ ਰਾਜੀਵ ਕੁਮਾਰ, ਠੀਕ ਹੈ। ਅਨੂਪ ਚੰਦਰ ਪਾਂਡੇ ਨੇ ਜਿਨ੍ਹਾਂ ਦੀ ਹੁਣੇ ਰੀਸੈਂਟ ਜੂਨ ਦੇ ਵਿੱਚ ਕੀ ਹੋਈ ਹੈਗੀ, ਅਪਾਇੰਟਮੈਂਟ ਹੋਈ ਹੈਗੀ, ਤੇ ਜਿਹੜੇ ਆਪਣੇ ਰਾਜੀਵ ਕੁਮਾਰ ਨੇ ਇਹ ਪਹਿਲਾਂ ਤੋਂ ਹੀ ਅਪਾਇੰਟ ਸੀਗੇ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਆ ਗਿਆ, ਇੱਕ ਇਲੈਕਸ਼ਨ ਨਾਲ ਹੀ ਰਿਲੇਟਡ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਕੰਸਟੀਟਿਊਸ਼ਨਲ ਅਮੈਂਡਮੈਂਟਸ ਰਿਡਿਊਸ ਦਾ ਏਜ ਆਫ ਵੋਟਿੰਗ ਫਰੋਮ 21 ਈਅਰਸ ਟੂ 18 ਈਅਰਸ, ਠੀਕ ਹੈ। ਜਿਹੜੀ ਏਜ ਹੈਗੀ ਆਪਾਂ ਨੂੰ ਪਤਾ 18 ਸਾਲ ਤੋਂ ਬਾਅਦ ਹੁਣ ਆਪਾਂ ਵੋਟ ਪਾ ਸਕਦੇ ਆਂਗੇ, ਉਹ ਕਿਸੇ ਟਾਈਮ 21 ਹੁੰਦੀ ਸੀਗੀ। 1999 ਦੇ ਵਿੱਚ 1989 ਦੇ ਵਿੱਚ ਕੀ ਕੀਤਾ ਗਿਆ, ਜਿਹੜੀ ਇਹ ਏਜ ਹੈ ਇਹ ਰਿਡਿਊਸ ਕਰਕੇ 18 ਕੀਤੀ ਗਈ ਸੀ 21 ਤੋਂ, ਠੀਕ ਹੈ। ਉਹ ਕਿਹੜੀ ਅਮੈਂਡਮੈਂਟ ਸੀ ਇਹ ਪੁੱਛਿਆ ਗਿਆ ਹੈਗਾ, ਤਾਂ ਯਾਦ ਰੱਖਿਓ 61st ਅਮੈਂਡਮੈਂਟ, ਠੀਕ ਹੈ। 61st ਅਮੈਂਡਮੈਂਟ ਨਾਲ ਕੀ ਕੀਤਾ ਗਿਆ, 21 ਤੋਂ 18 ਕਰ ਦਿੱਤੀ ਗਈ, ਠੀਕ ਹੈ। ਉਦੋਂ ਹੀ ਲਗਭਗ ਉਸੇ ਟਾਈਮ 'ਤੇ ਜਿਹੜੇ ਇਹ ਚੀਫ ਇਲੈਕਸ਼ਨ ਕਮਿਸ਼ਨ ਤੋਂ ਕੀ ਕਰਤੇ ਸੀ, 3 ਇਲੈਕਸ਼ਨ ਕਮਿਸ਼ਨ ਬਣਾਤੇ ਸੀਗੇ, ਠੀਕ ਹੈ। ਉਦੋਂ ਹੀ ਇਹ ਬੋਡੀ ਇਨਲਾਰਜ ਕੀਤੀ ਗਈ ਸੀ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੀ ਆ ਗਿਆ, ਐਜ਼ ਪਰ ਅਬਜ਼ਰਵਡ ਰੇਨਫੋਲ ਵੇਰੀਏਬਿਲਿਟੀ ਐਂਡ ਚੇਂਜਸ ਓਵਰ ਪੰਜਾਬ ਸਟੇਟ ਰਿਪੋਰਟ 2020 on an average of past 30 years which part of the Indian Punjab receives the least rainfall, ਠੀਕ ਹੈ। 4 ਆਪਸ਼ਨ ਦਿੱਤੇ ਨੇਗੇ। ਜੇ ਹੁਣ ਆਪਾਂ ਕੁਛ ਵੀ ਨਾ ਪੜ੍ਹੀਏ, ਮਤਲਬ ਕਿ ਆਹ ਰਿਪੋਰਟ ਵਗੈਰਾ ਕੁਛ ਨਹੀਂ ਪਤਾ ਆਪਾਂ ਨੂੰ, ਤਾਂ ਵੀ ਆਪਾਂ ਲਗਾ ਸਕਦੇ ਹਾਂ ਅੰਦਾਜ਼ਾ ਕਿ ਜਿਹੜਾ ਪੰਜਾਬ ਹੈ, ਤਿਕੋਨਾ ਜਿਹਾ ਪੰਜਾਬ ਹੈ, ਹੈ ਨਾ, ਤਾਂ ਜਿਹੜਾ ਆਪਾਂ ਨੂੰ ਪਤਾ ਵੀ ਜਿਹੜਾ ਵੈਸਟਰਨ ਪਾਰਟ ਹੈ ਪੰਜਾਬ ਦਾ, ਉੱਥੇ ਥੋੜ੍ਹਾ ਜਿਹਾ ਰੇਤੀਲਾ ਰਾਜਸਥਾਨ ਨਾਲ ਲੱਗਦੇ ਕਰਕੇ ਇੱਥੇ ਮੀਂਹ ਬਹੁਤ ਘੱਟ ਪੈਂਦਾ, ਠੀਕ ਹੈ। ਮੀਂਹ ਬਹੁਤ ਘੱਟ ਪੈਂਦਾ, ਆਪਾਂ ਉੱਥੋਂ ਹੀ ਅੰਦਾਜ਼ਾ ਲਗਾ ਸਕਦੇ ਸੀ ਇਹਦਾ ਆਨਸਰ ਕੀ ਆਏਗਾ, ਵੈਸਟਰਨ, ਠੀਕ ਹੈ। ਵੈਸਟਰਨ ਇਲਾਕੇ 'ਚ ਮੀਂਹ ਬਹੁਤ ਘੱਟ ਪੈਂਦਾ ਪੰਜਾਬ ਦੇ ਵਿੱਚ, ਠੀਕ ਹੈ। ਨੈਕਸਟ ਕੁਐਸਚਨ ਹੈ, ਆਪਰੇਸ਼ਨ ਬਲੂ ਸਟਾਰ ਵਾਜ਼ ਕੈਰੀਡ ਆਊਟ ਅੰਡਰ ਦਾ ਕਮਾਂਡ ਆਫ ਵਿਚ ਆਫ ਥੀਜ਼ ਮੇਜਰ ਜਨਰਲਸ, ਠੀਕ ਹੈ। ਆਪਾਂ ਨੂੰ 4 ਮੇਜਰ ਜਨਰਲਸ ਦੇ ਨਾਮ ਦਿੱਤੇ ਗਏ ਨੇਗੇ। ਆਪਾਂ ਨੂੰ ਦੱਸਣਾ ਵੀ ਜਿਹੜਾ ਬਲੂ ਸਟਾਰ ਆਪਰੇਸ਼ਨ ਹੋਇਆ ਸੀਗਾ ਕਦੋਂ ਹੋਇਆ ਸੀਗਾ, 1984 ਦੇ ਵਿੱਚ ਪੰਜਾਬ ਦੇ ਵਿੱਚ, ਜੋ ਆਪਣੇ ਹਰਿਮੰਦਰ ਸਾਹਿਬ 'ਤੇ ਅਟੈਕ ਕੀਤਾ ਗਿਆ ਸੀਗਾ, ਉਹਦਾ ਨਾਮ ਰੱਖਿਆ ਗਿਆ ਸੀ ਬਲੂ ਸਟਾਰ ਆਪਰੇਸ਼ਨ, ਠੀਕ ਹੈ। ਉਹਨੂੰ ਕਿਹੜੇ ਮੇਜਰ ਜਨਰਲ ਨੇ ਕੀ ਕੀਤਾ ਸੀਗਾ, ਕੈਰੀ ਕੀਤਾ ਸੀਗਾ, ਤਾਂ ਕੁਲਦੀਪ ਸਿੰਘ ਬਰਾੜ, ਤੁਸੀਂ ਨਾਮ ਯਾਦ ਰੱਖਣਾ, ਕੁਲਦੀਪ ਸਿੰਘ ਬਰਾੜ। ਨੈਕਸਟ ਆ ਗਿਆ ਕੁਐਸਚਨ, ਵਿਚ ਆਰਟੀਕਲ ਆਫ ਦਾ ਇੰਡੀਅਨ ਕੰਸਟੀਟਿਊਸ਼ਨ ਸੇਜ਼ ਦੈਟ ਦੇਰ ਸ਼ੈਲ ਬੀ ਅ ਕਾਉਂਸਲ ਆਫ ਮਿਨਿਸਟਰਸ ਟੂ ਏਡ ਐਂਡ ਐਡਵਾਈਜ਼ ਦਾ ਪ੍ਰੈਜ਼ੀਡੈਂਟ, ਠੀਕ ਹੈ। ਇੱਕ ਕਾਉਂਸਲ ਆਫ ਮਿਨਿਸਟਰਸ ਬਣਦੀ ਹੈ, ਠੀਕ ਹੈ। ਆਪਾਂ ਨੂੰ ਪਤਾ ਹੈ PM ਹੁੰਦਾ, ਨਾਲ ਕਾਉਂਸਲ ਆਫ ਮਿਨਿਸਟਰਸ ਹੁੰਦੀ ਹੈ, ਦੋਨੇ ਕੀ ਕਰਦੇ ਨੇ, ਐਡਵਾਈਜ਼ ਕਰਦੇ ਨੇਗੇ। ਕਾਉਂਸਲ ਆਫ ਮਿਨਿਸਟਰ ਦਾ ਹੀ ਪਾਰਟ ਆਪਾਂ PM ਨੂੰ ਮੰਨ ਸਕਦੇ ਹਾਂ। ਉਹ ਐਡਵਾਈਜ਼ ਕਰਦੇ ਨੇਗੇ ਪ੍ਰੈਜ਼ੀਡੈਂਟ ਨੂੰ, ਜਿੰਨੇ ਵੀ ਉਹ ਵਰਕ ਕਰਦਾ ਹੈਗਾ। ਪ੍ਰੈਜ਼ੀਡੈਂਟ ਉਹਨਾਂ ਦੀ ਐਡਵਾਈਜ਼ ਤੋਂ ਬਿਨਾਂ ਕੋਈ ਕੰਮ ਨਹੀਂ ਕਰਦਾ, ਚਾਹੇ ਐਮਰਜੈਂਸੀ ਲਗਾਉਣੀ ਹੋਵੇ, ਠੀਕ ਹੈ, ਚਾਹੇ ਕੋਈ ਵੀ ਕੰਮ ਕਰਨਾ ਹੋਵੇ, ਤਾਂ ਇਹਨਾਂ ਦੀ ਐਡਵਾਈਜ਼ 'ਤੇ ਚੱਲਦਾ, ਠੀਕ ਹੈ। ਉਹ ਕਿਹੜੇ ਆਰਟੀਕਲ ਅੰਡਰ ਬਣਦੀ ਹੈ, ਕਾਉਂਸਲ ਆਫ ਮਿਨਿਸਟਰ 76 74 ਸਬ ਕਲੋਜ਼ 1 ਦੇ ਅੰਡਰ ਕੀ ਬਣਦੀ ਹੈਗੀ, ਇੱਕ ਕਾਉਂਸਲ ਆਫ ਮਿਨਿਸਟਰਸ ਬਣਦੀ ਹੈ, ਜਿਹੜੀ ਕਿ ਪ੍ਰੈਜ਼ੀਡੈਂਟ ਨੂੰ ਐਡਵਾਈਜ਼ ਕਰਦੀ ਹੈ, ਠੀਕ ਹੈ। ਨੈਕਸਟ ਕੁਐਸਚਨ, ਹੂ ਵਿਕੇਮ ਦਾ ਫਾਸਟੈਸਟ ਕ੍ਰਿਕਟਰ ਟੂ ਸਕੋਰ 12,000 ODI ਰਨਸ, ਠੀਕ ਹੈ। ਕਿ ਕੌਣ ਬਣ ਗਿਆ ਜਿਹਨੇ ਸਭ ਤੋਂ ਫਾਸਟੈਸਟ 12,000 ਰਨ ਬਣਾਏ ਨੇ, ਤਾਂ ਆਪਾਂ ਨੂੰ ਪਤਾ ਆਪਣੀ ਇੰਡੀਅਨ ਟੀਮ ਦੇ ਕੈਪਟਨ ਵਿਰਾਟ ਕੋਹਲੀ। ਜਿਹੜੇ ਵਿਰਾਟ ਕੋਹਲੀ ਨੇਗੇ ਇਹ 10,000 ਵੀ ਫਾਸਟੈਸਟ ਬਣਾਏ ਇਹਨਾਂ ਨੇ, ਠੀਕ ਹੈ। 11,000 ਵੀ, 12,000 ਵੀ, ਠੀਕ ਹੈ। ਇਹ ਚੱਲਦੇ ਜਾ ਰਹੇ ਨੇਗੇ, ਠੀਕ ਹੈ। ਨਾਲ ਹੀ ਕਿਉਂਕਿ ਹੁਣ ਆਪਣੇ ਕ੍ਰਿਕਟ ਤੋਂ ਬਹੁਤ ਜ਼ਿਆਦਾ ਕੁਐਸਚਨ ਪੁੱਛੇ ਜਾ ਰਹੇ ਨੇਗੇ, ਤਾਂ ਰੀਸੈਂਟ IPL ਖਤਮ ਹੋਏਗਾ, ਤਾਂ ਉਹਦੇ ਵਿੱਚ ਕੁਐਸਚਨ ਬਣ ਜਾਂਦੇ ਨੇ। ਤਾਂ ਮੈਂ ਤੁਹਾਨੂੰ ਦੱਸਦਾ ਕਿ ਇਸ ਵਾਰ ਦਾ ਜਿਹੜਾ IPL ਸੀਗਾ ਉਹ ਕਿਹਨੇ ਜਿੱਤਿਆ, ਚੇਨਈ ਸੁਪਰ ਕਿੰਗਸ ਨੇ। ਚੇਨਈ ਸੁਪਰ ਕਿੰਗਸ ਨੇ ਕੀ ਕੀਤਾ, ਇਸ ਵਾਰ ਦਾ IPL ਜਿੱਤਿਆ, ਕਿਹਨੂੰ ਹਰਾ ਕੇ, ਕੋਲਕਾਤਾ ਨਾਈਟ ਰਾਈਡਰਸ ਨੂੰ, KKR ਨੂੰ ਹਰਾ ਕੇ CSK ਨੇ ਕੀ ਕੀਤਾ, ਟਾਈਟਲ ਜਿੱਤਿਆ। ਅਤੇ ਤੁਸੀਂ ਯਾਦ ਰੱਖਣਾ ਉਹਦੇ ਵਿੱਚੋਂ ਮੈਨ ਆਫ ਦਾ ਮੈਚ ਪੁੱਛਿਆ ਗਿਆ ਸੀਗਾ, ਇੱਕ ਮਤਲਬ ਕਿ ਮੈਨ ਆਫ ਦਾ ਮੈਚ ਹਮੇਸ਼ਾ ਪੁੱਛਿਆ ਜਾ ਰਿਹਾ ਪਿਛਲੇ ਪੇਪਰਾਂ ਦੇ ਵਿੱਚ ਕਿ ਉਹ ਮੈਚ ਕੌਣ ਸੀਗਾ, ਠੀਕ ਹੈ। ਤਾਂ ਤੁਸੀਂ ਇਹਦੇ ਵਿੱਚ ਯਾਦ ਰੱਖਣਾ ਮੈਨ ਆਫ ਦਾ ਮੈਚ ਸੀ ਡੁਪਲੈਸੀ, ਠੀਕ ਹੈ। ਸਾਊਥ ਅਫਰੀਕਾ ਦੇ ਨੇਗੇ ਡੁਪਲੈਸੀ, ਉਹ ਸੀਗੇ ਮੈਨ ਆਫ ਦਾ ਮੈਚ। ਅਤੇ ਨਾਲ ਹੀ ਯਾਦ ਰੱਖਣਾ ਔਰੰਜ ਕੈਪ ਅਤੇ ਪਰਪਲ ਕੈਪ।
ਔਰੇਂਜ ਕੈਪ ਕਿਹਨੂੰ ਮਿਲਦੀ ਹੈ? ਜਿਹਨੇ ਸਭ ਤੋਂ ਜ਼ਿਆਦਾ ਰਨ ਬਣਾਏ ਹੋਣ, ਠੀਕ ਹੈ। ਜਿਹੜਾ ऋतुराज गायकवाड़ हैगा, ऋतुराज गायकवाड़ हैगा CSK ਦਾ, ਉਹਨੇ ਬਣਾਏ ਸਭ ਤੋਂ ਜ਼ਿਆਦਾ ਰਨ, ਇਸ ਕਰਕੇ ਔਰੇਂਜ ਕੈਪ ਮਿਲੀ ਉਹਨਾਂ ਨੂੰ, ਠੀਕ ਹੈ। ਅਤੇ ਜੇ ਪਰਪਲ ਕੈਪ ਦੀ ਗੱਲ ਕਰੀਏ ਤਾਂ ਹਰਸ਼ਲ ਪਟੇਲ ਨੇ ਜਿਹੜੇ ਬੈਂਗਲੁਰੂ ਦੇ ਨੇਗੇ, ਉਹਨਾਂ ਨੂੰ ਮਿਲੀ ਹੈਗੀ ਪਰਪਲ ਕੈਪ, ਉਹਨਾਂ ਨੇ ਸਭ ਤੋਂ ਜ਼ਿਆਦਾ ਵਿਕਟਾਂ ਲੈਤੀਆਂ ਨੇਗੀਆਂ, ਠੀਕ ਹੈ। ਨਾਲ ਹੀ ਇੱਕ ਅਲੱਗ ਤੋਂ ਅਵਾਰਡ ਦਿੱਤਾ ਜਾਂਦਾ ਹੈਗਾ ਕਿ ਅਮਰਜਿੰਗ ਪਲੇਅਰ ਆਫ ਦਾ ਅਵਾਰਡ ਕਿਹਨੂੰ ਮਤਲਬ ਕਿ ਮਿਲਦਾ ਹੈਗਾ, ਇੱਕ ਅਮਰਜਿੰਗ ਪਲੇਅਰ ਆਫ ਦਾ ਅਵਾਰਡ ਵੀ ऋतुराज गायकवाड़ ਨੂੰ ਮਿਲੇਗਾ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਆ ਗਿਆ, ਇਨ ਦਾ ਕੰਟੈਕਸਟ ਆਫ ਇੰਸਟਰੂਮੈਂਟਸ ਆਫ ਮੋਨੇਟਰੀ ਪੋਲਿਸੀ CRR ਸਟੈਂਡਸ ਫੋਰ। ਆਪਾਂ ਨੂੰ ਪਤਾ ਹੈ ਆਪਣੀ ਮੋਨੇਟਰੀ ਪੋਲਿਸੀ ਕਮੇਟੀ ਹੈਗੀ ਇੱਕ, ਜਿਹੜੀ ਕਿ RBI ਗਠਿਤ ਕਰਦੀ ਹੈ, ਆਪਣੀ ਗਵਰਨਮੈਂਟ ਗਠਿਤ ਕਰਦੀ ਹੈ। ਉਹਦੇ ਵਿੱਚ ਪੁੱਛਿਆ ਜਾਂਦਾ ਵੀ ਕਿੰਨੇ ਮੈਂਬਰ ਹੁੰਦੇ ਨੇ? 6 ਮੈਂਬਰ ਹੁੰਦੇ ਨੇ। ਜਿਹੜੀ ਮੋਨੇਟਰੀ ਪੋਲਿਸੀ ਕਮੇਟੀ ਹੈ ਉਹਦੇ ਵਿੱਚ 6 ਮੈਂਬਰ ਹੁੰਦੇ ਨੇ, ਜਿਹਦੇ ਵਿੱਚੋਂ RBI ਦੇ 3 ਮੈਂਬਰ ਹੁੰਦੇ ਨੇ ਅਤੇ ਗਵਰਨਮੈਂਟ ਦੇ ਕਿੰਨੇ ਹੁੰਦੇ ਨੇਗੇ? 3 ਮੈਂਬਰ, ਠੀਕ ਹੈ। ਦੋਨਾਂ ਨੂੰ ਉਹ ਹੈਗੀ, ਬਟ ਜਿਹੜਾ RBI ਦਾ ਗਵਰਨਰ ਹੁੰਦਾ ਹੈ ਉਹਦੇ ਵਿੱਚ ਥੋੜ੍ਹੀ ਜਿਹੀ ਪਾਵਰ ਜ਼ਿਆਦਾ ਹੁੰਦੀ ਹੈਗੀ। ਮੰਨ ਲਓ ਡਿਸਾਈਡਿੰਗ ਵੋਟ ਪਾਣੀ ਹੋਵੇ, ਮੰਨ ਲਓ 3 ਦੋਨੇ ਕਰਕੇ, ਉਦੋਂ ਬਾਅਦ RBI ਗਵਰਨਰ ਦੀ ਜ਼ਿਆਦਾ ਚੱਲੂਗੀ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ ਹੈਗਾ। ਮੋਨੇਟਰੀ ਪੋਲਿਸੀ ਕਮੇਟੀ ਹਰ 2 ਮਹੀਨਿਆਂ ਬਾਅਦ ਕੀ ਕਰਦੀ ਹੈਗੀ? ਇੱਕ ਪੋਲਿਸੀ ਲੈ ਕੇ ਆਉਂਦੀ ਹੈਗੀ, ਦੱਸਦੀ ਹੈਗੀ ਵੀ ਆਪਣੇ ਇਨਫਲੇਸ਼ਨ ਨੂੰ ਇੰਨਾ ਟਾਰਗੇਟ ਕਰਨਾ ਹੈ, ਆਪਣੇ ਜਿਹੜਾ ਆਪਣਾ ਰੈਪੋ ਰੇਟ ਹੈ, ਜਾਂ ਆਪਾਂ ਬੈਂਕਾਂ ਨੂੰ ਕਿੰਨੇ ਦਰ 'ਤੇ ਵਿਆਜ 'ਤੇ ਆਪਣਾ ਪੈਸਾ ਦੇਣਾ, ਜਾਂ ਕਿੰਨੇ ਵਿਆਜ 'ਤੇ ਉਹਨਾਂ ਤੋਂ ਰੱਖਣਾ ਹੈਗਾ ਆਪਣੇ ਬੈਂਕ 'ਚ, ਠੀਕ ਹੈ। ਉਹ ਸਾਰੀਆਂ ਚੀਜ਼ਾਂ ਕੌਣ ਲੈ ਕੇ ਆਉਂਦੀ ਹੈ? ਮੋਨੇਟਰੀ ਪੋਲਿਸੀ ਕਮੇਟੀ ਲੈ ਕੇ ਆਉਂਦੀ ਹੈਗੀ, ਤਾਂ ਕਿ ਆਪਣੀ ਜਿਹੜੀ ਇਕੋਨਮੀ ਸਮੂਥਲੀ ਚੱਲਦੀ ਰਹੇ, ਠੀਕ ਹੈ। ਇਹ ਤੁਸੀਂ ਯਾਦ ਰੱਖਿਓ, ਠੀਕ ਹੈ। ਉਹਨਾਂ ਵਿੱਚੋਂ ਹੀ ਇੱਕ ਜਿਹੜਾ ਮੋਨੇਟਰੀ ਪੋਲਿਸੀ ਦੇ ਵਿੱਚ ਇੱਕ ਇੰਸਟਰੂਮੈਂਟ ਆ ਜਾਂਦਾ ਹੈਗਾ CRR, ਠੀਕ ਹੈ, ਜਿਹਦੀ ਫੁੱਲ ਫਾਰਮ ਪੁੱਛੀ ਗਈ ਹੈ, ਉਹਦਾ ਹੈਗਾ ਕੈਸ਼ ਰਿਜ਼ਰਵ ਰੇਸ਼ੋ। ਜਿਹੜੀ ਕੈਸ਼ ਰਿਜ਼ਰਵ ਰੇਸ਼ੋ ਹੁੰਦੀ ਹੈ, ਇਹਦਾ ਮਤਲਬ ਇਹ ਹੁੰਦਾ ਵੀ ਰਿਜ਼ਰਵ ਕਰਕੇ ਰੱਖਣਾ। ਕੈਸ਼ ਰਿਜ਼ਰਵ ਦਾ ਮਤਲਬ ਕੈਸ਼ ਰਿਜ਼ਰਵ ਕਰਕੇ ਰੱਖਿਆ ਹੋਏਗਾ RBI ਕੋਲ। ਬੈਂਕ ਕੀ ਕਰਦੇ ਨੇਗੇ, ਆਪਣੇ ਜਿੰਨੇ ਉਹਨਾਂ ਨੇ ਮਤਲਬ ਕਿ ਪੈਸਾ ਲੋਕਾਂ ਨੇ ਜਮ੍ਹਾਂ ਕਰਾਇਆ ਹੁੰਦਾ, ਉਹਨਾਂ ਦਾ ਕੁਛ ਕੁ ਪਾਰਟ ਕੀ ਕਰਦੇ ਨੇ, ਉਹ RBI ਲਵੇ ਕੀ ਰੱਖ ਦਿੰਦੇ ਨੇ? ਰਿਜ਼ਰਵ ਰੱਖ ਦਿੰਦੇ ਨੇ, ਵੀ ਮੰਨ ਲਓ ਕੋਈ ਅਣਚਾਹੇ ਲੋੜ ਪੈ ਗਈ ਤਾਂ ਉਹ RBI ਉਹਨਾਂ ਨੂੰ ਦੇ ਸਕੇ। ਤਾਂ ਉਹ ਕਿੰਨਾ ਰੱਖਿਆ ਜਾਂਦਾ? 3%। ਜਿੰਨੀਆਂ ਉਹਨਾਂ ਦੀਆਂ ਲਾਇਬਿਲਿਟੀਜ਼ ਹੁੰਦੀਆਂ ਨੇ, ਜਾਂ ਜਿੰਨਾ ਉਹਨਾਂ ਦੀ ਨੈਟ ਡਿਮਾਂਡ ਹੁੰਦੀ ਹੈਗੀ, ਉਹਨਾਂ ਦਾ 3% ਕੀ ਰੱਖਦੇ ਨੇਗੇ ਉਹ RBI ਕੋਲ ਰੱਖ ਦੇਣਗੇ, ਤਾਂ ਕਿ ਲੋੜ ਪੈਣ 'ਤੇ ਉਹ ਵਰਤਿਆ ਜਾ ਸਕੇ, ਠੀਕ ਹੈ। ਇੱਕ ਟਰਮ ਹੋਰ ਤੁਸੀਂ ਯਾਦ ਰੱਖਿਓ, SLR, ਜਿਹਦੀ ਫੁੱਲ ਫਾਰਮ ਹੈਗੀ ਹੈ ਸਟੈਚੂਰੀ ਲਿਕੁਇਡਿਟੀ ਰਿਜ਼ਰਵ, ਠੀਕ ਹੈ। ਇਹ ਵੀ ਰਿਜ਼ਰਵ ਨੇਗੇ। ਫਰਕ ਕੀ ਹੈ? ਫਰਕ ਇਹ ਹੈ ਕਿ ਜਿਹੜਾ ਕੈਸ਼ ਰਿਜ਼ਰਵ ਰੇਸ਼ੋ ਹੈ ਇਹ ਆਪਾਂ RBI ਕੋਲ ਰੱਖਦੇ ਹਾਂ, ਬਟ ਜਿਹੜੇ ਸਟੈਚੂਰੀ ਲਿਕੁਇਡਿਟੀ ਰਿਜ਼ਰਵ ਨੇਗੇ ਇਹ ਰੱਖ ਦੇਂਗੇ ਆਪਾਂ ਖੁਦ ਕੋਲ। ਬੈਂਕ ਕੀ ਕਰਦਾ? ਖੁਦ ਕੋਲ ਰੱਖ ਲੈਂਦਾ ਹੈਗਾ, ਵੀ ਜਿਵੇਂ 18% ਜਾਂ ਕੁਛ 20%, 18% ਮੇਰੇ ਖਿਆਲ 'ਚ ਹੁਣ ਚੱਲ ਰਹੀ ਹੈਗੀ। ਕੀ ਕਰਦੇ ਨੇ ਬੈਂਕ? ਆਪਦੇ ਕੋਲ ਰੱਖ ਲੈਂਦੇ ਨੇਗੇ, ਵੀ ਮੰਨ ਲਓ ਇਹ ਅਸੀਂ ਲੋਨ 'ਚ ਦੇਣਾ ਹੀ ਨਹੀਂ, ਕਿਉਂਕਿ ਮੰਨ ਲਓ ਕੱਲ੍ਹ ਨੂੰ ਬੈਂਕ ਦਿਵਾਲੀਆ ਹੋ ਗਿਆ ਤਾਂ ਇਹਨੂੰ ਯੂਜ਼ ਕਰਕੇ ਜਿਨ੍ਹਾਂ ਨੇ ਪੈਸੇ ਜਮ੍ਹਾਂ ਕਰਾਏ ਹੋਏ ਨੇ ਉਹਨਾਂ ਦੇ ਪੈਸੇ ਵਾਪਸ ਕਰ ਸਕੀਏ ਅਸੀਂ, ਠੀਕ ਹੈ। ਇਹ 2 ਚੀਜ਼ਾਂ ਇੰਸਟਰੂਮੈਂਟ ਯੂਜ਼ ਕੀਤੇ ਜਾਂਦੇ ਨੇ, CRR ਅਤੇ SLR, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ, ਅੰਡਰ ਸੈਕਸ਼ਨ 378O ਆਫ ਦਾ ਕੰਪਨੀਜ਼ ਅਮੈਂਡਮੈਂਟ ਐਕਟ 2020 ਐਵਰੀ ਪ੍ਰੋਡਿਊਸਰ ਕੰਪਨੀ ਸ਼ੈਲ ਹੈਵ ਐਟ ਲੀਸਟ 5 ਐਂਡ ਨੋਟ ਮੋਰ ਦੈਨ ਡੈਸ਼ ਡਾਇਰੈਕਟਰਸ, ਠੀਕ ਹੈ। ਹੁਣ ਆਪਾਂ ਨੂੰ ਪਤਾ ਵੀ ਕੰਪਨੀ ਦੇ ਹਰ ਇੱਕ ਦੇ ਡਾਇਰੈਕਟਰਸ ਹੁੰਦੇ ਨੇ, ਠੀਕ ਹੈ, ਡਾਇਰੈਕਟਰਸ ਹੁੰਦੇ ਨੇਗੇ। ਤਾਂ ਜਿਹੜੇ ਡਾਇਰੈਕਟਰਸ ਨੇਗੇ ਉਹ ਵੱਧ ਤੋਂ ਵੱਧ ਕਿੰਨੇ ਹੋ ਸਕਦੇ ਨੇ? ਤੇ ਲੀਸਟ 5 ਨੇ, ਠੀਕ ਹੈ। ਕੁਐਸਚਨ ਪੁੱਛਿਆ ਗਿਆ ਲੀਸਟ 5 ਨੇ, ਇਹਨਾਂ ਨੇ ਖੁਦ ਹੀ ਦੱਸਤਾ। ਯਾਦ ਰੱਖਿਓ ਅੱਗੇ ਕੁਐਸਚਨ ਪੁੱਛਿਆ ਜਾ ਸਕਦਾ ਹੈਗਾ ਵੀ ਕਿੰਨੇ ਲੀਸਟ ਕਿੰਨੇ ਹੁੰਦੇ ਨੇਗੇ। ਇਸ ਵਾਰ ਕਿੰਨੇ ਪੁੱਛਣਗੇ? ਨੋਟ ਮੋਰ ਦੈਨ ਪੁੱਛਣੇ, ਤਾਂ ਆਨਸਰ ਆ ਜਾਏਗਾ 15। 15 ਤੋਂ ਵੱਧ ਨਹੀਂ ਹੋ ਸਕਦੇ, 5 ਤੋਂ ਘੱਟ ਨਹੀਂ ਹੋ ਸਕਦੇ ਡਾਇਰੈਕਟਰਸ, ਠੀਕ ਹੈ। ਕੰਪਨੀਜ਼ ਐਕਟ ਦੀ ਇਹ ਅਮੈਂਡਮੈਂਟ ਸੀਗਾ। ਆਪਾਂ ਨੂੰ ਪਤਾ ਇੱਕ ਨਿਊ ਜਿਹੜਾ ਕੰਪਨੀਜ਼ ਐਕਟ ਹੈ ਉਹ 2013 ਦਾ ਨਿਊ ਵਾਲਾ, ਠੀਕ ਹੈ। ਪਹਿਲਾਂ ਮੇਰੇ ਖਿਆਲ 'ਚ 1956 ਦਾ ਸੀਗਾ, ਠੀਕ ਹੈ। ਹੁਣ ਕਿਹੜਾ ਐਕਟ ਆਪਣੇ ਲਾਗੂ ਹੋਇਆ ਹੋਏਗਾ? 2013 ਦਾ ਕੰਪਨੀਜ਼ ਐਕਟ, ਜਿਹੜਾ ਕਿ ਅਮੈਂਡਮੈਂਟ ਹੋ ਰਹੀ ਹੈਗੀ ਅਤੇ ਉਹਦੇ ਵਿੱਚ ਡਾਇਰੈਕਟਰਸ ਦੀ ਸੰਖਿਆ ਵਧਾਈ ਗਈ ਹੈ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ, ਦ ਸਿੰਘ ਸਭਾ ਵਾਜ਼, ਠੀਕ ਹੈ, ਰੀਕ੍ਰਿਸਚਨਡ ਐਜ਼ ਖਾਲਸਾ ਦੀਵਾਨ ਇਨ ਅਪ੍ਰੈਲ, ਠੀਕ ਹੈ। ਇੱਕ ਜਿਹੜੀ ਸਿੰਘ ਸਭਾ ਸੀ ਉਹਨੂੰ ਰੀਕ੍ਰਿਸਚਨਡ ਖਾਲਸਾ ਦੀਵਾਨ 'ਚ ਕਦੋਂ ਕੀਤਾ ਗਿਆ? ਤਾਂ ਯਾਦ ਰੱਖਿਓ 1883 ਦੇ ਵਿੱਚ। ਆਪਾਂ ਨੂੰ ਪਤਾ ਹੈ ਜਿਹੜੀ ਸਿੰਘ ਸਭਾ ਮੂਵਮੈਂਟ ਸੀ ਉਹ ਕਦੋਂ ਸਟਾਰਟ ਹੋਈ? ਅੰਮ੍ਰਿਤਸਰ ਦੇ ਵਿੱਚ 1873 ਦੇ ਵਿੱਚ। 1873 ਦੇ ਵਿੱਚ ਸਟਾਰਟ ਹੋਈ ਸੀ। ਤਾਂ ਇੱਕ ਕੁਐਸਚਨ ਪੁੱਛਿਆ ਜਾਂਦਾ ਕਿ ਇਹਨਾਂ ਦਾ ਫਾਊਂਡਰ ਕੌਣ ਸੀ? ਤਾਂ 2 ਫਾਊਂਡਰ ਮੰਨੇ ਜਾਂਦੇ ਨੇ, ਠਾਕੁਰ ਸਿੰਘ ਸੰਧੇਵਾਲੀਆ ਅਤੇ ਇੱਕ ਗਿਆਨੀ ਗਿਆਨ ਸਿੰਘ, ਠੀਕ ਹੈ। ਇਹ 2 ਨਾਮ ਤੁਸੀਂ ਯਾਦ ਰੱਖਣੇ ਨੇਗੇ, ਠਾਕੁਰ ਸਿੰਘ ਸੰਧੇਵਾਲੀਆ ਅਤੇ ਗਿਆਨੀ ਗਿਆਨ ਸਿੰਘ। ਇਹਨਾਂ ਦੋਨਾਂ ਨਾਮ ਨੂੰ ਯਾਦ ਰੱਖਣਾ ਹੈ। ਸਿੰਘ ਸਭਾ ਮੂਵਮੈਂਟ ਅੰਮ੍ਰਿਤਸਰ ਦੇ ਵਿੱਚ ਕਦੋਂ ਸਟਾਰਟ ਹੋਈ ਸੀ? 1873 ਦੇ ਵਿੱਚ। ਅਤੇ ਖਾਲਸਾ ਦੀਵਾਨ 'ਚ ਰੀਕ੍ਰਿਸਚਨਡ ਕਦੋਂ ਹੋਈ ਸੀਗੀ? ਅਤੇ 1883 ਦੇ ਵਿੱਚ। ਇਹ ਤੁਸੀਂ ਦੋਨੋਂ ਚੀਜ਼ਾਂ ਯਾਦ ਰੱਖਣੀਆਂ ਨੇ, ਕੁਐਸਚਨ ਪੁੱਛੇ ਜਾ ਸਕਦੇ। ਨੈਕਸਟ ਕੁਐਸਚਨ ਕੀ ਹੈ? The disciplinary committee of a state bar council, after giving the advocate concerned and the advocate general an opportunity of being heard, may make any of the following orders except, ठीक है। ਆਪਾਂ ਨੂੰ ਪਤਾ ਹੈ
ਵੀ ਕੋਈ ਜੇ ਕੋਈ ਐਡਵੋਕੇਟ ਹੈ ਜਾਂ ਐਡਵੋਕੇਟ ਜਨਰਲ ਹੈ ਉਹ ਕੋਈ ਗਲਤੀ ਕਰਦਾ ਹੈ, ਠੀਕ ਹੈ, ਉਹਨੇ ਕੋਈ ਇਹੋ ਜਿਹੀ ਗੱਲ ਕਰਤੀ ਤਾਂ ਉਹ ਡਿਸਪਲਿਨਰੀ ਕਮੇਟੀ ਲਵੇ ਜਾਊਗਾ ਸਟੇਟ ਬਾਰ ਕੌਂਸਲ ਦੀ, ਤਾਂ ਉਹ ਕਿਹੜੇ ਕਿਹੜੇ ਫੈਸਲੇ ਸੁਣਾ ਸਕਦੀ ਹੈ, ਠੀਕ ਹੈ, ਉਹ ਦਿੱਤੇ ਹੋਏ ਨੇਗੇ ਆਪਾਂ ਨੂੰ, ਤੇ ਕਿਹੜੇ ਨਹੀਂ ਸੁਣਾ ਸਕਦੀ ਉਹ ਪੁੱਛਿਆ ਆਪਾਂ ਨੂੰ, ਠੀਕ ਹੈ। ਪੜ੍ਹ ਦਾਂਗੇ ਆਪਾਂ ਕਿਹੜੇ ਕਿਹੜੇ ਸੁਣਾ ਸਕਦੀ ਹੈ, ਆਪਾਂ ਉਹ ਪੜ੍ਹ ਲੈਂਦੇ ਹਾਂ ਪਹਿਲਾਂ। ਡਿਸਮਿਸ ਦਾ ਕੰਪਲੇਂਟ, ਕੰਪਲੇਂਟ ਨੂੰ ਡਿਸਮਿਸ ਕਰ ਸਕਦੀ ਹੈ। ਰੀਪ੍ਰਿਮੈਂਡ ਦਾ ਐਡਵੋਕੇਟ ਮੀਨਸ ਡਿਸਅਪਰੂਵਲ ਦੇ ਸਕਦੀ ਹੈ ਆਪਣਾ ਐਡਵੋਕੇਟ ਨੂੰ ਫੋਰਮਲ ਤਰੀਕੇ ਨਾਲ, ਠੀਕ ਹੈ। ਸਸਪੈਂਡ ਦਾ ਐਡਵੋਕੇਟ ਫਰੋਮ ਪ੍ਰੈਕਟਿਸ ਫॉर ਸੱਚ ਪੀਰੀਅਡ ਐਜ਼ ਇਟ ਮੇ ਡੀਮ ਫਿਟ, ਸਸਪੈਂਡ ਕਰ ਸਕਦੀ ਹੈ ਕਿਸੇ ਵੀ ਟਾਈਮ ਲਈ ਜਿੰਨਾ ਉਹਨਾਂ ਨੂੰ ਸਹੀ ਲੱਗੇਗਾ, ਵੀ ਹਾਂ 2 ਸਾਲ ਲਈ ਸਸਪੈਂਡ ਕਰ ਦਈਏ, 3 ਸਾਲ ਲਈ ਕਰ ਦਈਏ, ਠੀਕ ਹੈ। ਕੀ ਨਹੀਂ ਕਰ ਸਕਦੀ ਉਹ ਪੜ੍ਹਦੇ ਹਾਂ। ਟ੍ਰਾਂਸਫਰ ਹਿਜ਼ ਨੇਮ ਫਰੋਮ ਵਨ ਸਟੇਟ ਬਾਰ ਕੌਂਸਲ ਟੂ ਬਾਰ ਕੌਂਸਲ ਆਫ ਅਨਦਰ ਸਟੇਟ, ਕਹਿੰਦੇ ਟ੍ਰਾਂਸਫਰ ਕਰ ਸਕਦੀ ਹੈ ਇੱਕ ਸਟੇਟ ਬਾਰ ਕੌਂਸਲ, ਮੰਨ ਲਓ ਇੱਕ ਸਟੇਟ ਬਾਰ ਕੌਂਸਲ ਲਵੇ ਪੰਜਾਬ ਲਵੇ ਕੋਈ ਕੇਸ ਆ ਗਿਆ ਤਾਂ ਉਹ ਐਵੇਂ ਟ੍ਰਾਂਸਫਰ ਨਹੀਂ ਕਰ ਸਕਦੀ ਕਿ ਉਹ ਚੱਕ ਕੇ ਤਾਮਿਲਨਾਡੂ 'ਚ ਕਰਦੇ ਜਾਂ ਕਿਤੇ ਹੋਰ ਕਰ ਸਕਦੇ, ਉਹ ਨਹੀਂ ਕਰ ਸਕਦੀ। ਬਾਕੀ ਇਹ ਤਿੰਨੇ ਚੀਜ਼ਾਂ ਕੀ ਕਰ ਸਕਦੀ ਹੈ, ਕਰ ਸਕਦੀ ਹੈ। ਅਗਲੇ ਪੇਪਰ 'ਚ ਇਹ ਪੁੱਛਿਆ ਜਾ ਸਕਦਾ ਵੀ ਇਹਨਾਂ 'ਚੋਂ ਕਿਹੜਾ ਚੀਜ਼ ਕਰ ਸਕਦੀ ਹੈ, ਤਾਂ ਤੁਸੀਂ ਇਹ ਵੀ ਯਾਦ ਰੱਖਣਾ ਤੇ ਇਹ ਵੀ ਯਾਦ ਰੱਖਣਾ। ਨੈਕਸਟ ਕੁਐਸਚਨ ਕੀ ਹੈ, ਵਿਚ ਆਫ ਦਾ ਫੋਲੋਇੰਗ ਰਿਸਰਚ ਇੰਸਟੀਚਿਊਟਸ ਇਜ਼ ਲੋਕੇਟਡ ਇਨ ਸ਼ਿਮਲਾ, ਸ਼ਿਮਲਾ ਦੇ ਵਿੱਚ ਇਹਨਾਂ 'ਚੋਂ ਕਿਹੜਾ ਰਿਸਰਚ ਇੰਸਟੀਚਿਊਟ, ਆਪਾਂ ਬਿਲਕੁਲ ਨਹੀਂ ਸੋਚ ਸਕਦੇ ਕਿ ਇਹਦਾ ਪੋਟੈਟੋ ਵਾਲਾ ਹੈ। ICAR ਸੈਂਟਰਲ ਪੋਟੈਟੋ ਰਿਸਰਚ ਇੰਸਟੀਚਿਊਟ ਹੈ ਜਿਹੜਾ ਉਹ ਕਿੱਥੇ ਹੈ, ਸ਼ਿਮਲਾ ਦੇ ਵਿੱਚ ਹੈ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ ਹੈ, ਅਨਐਕਸਪੈਕਟਡ ਹੈ ਬਟ ਯਾਦ ਰੱਖਣਾ ਪਊਗਾ ਕਿ ਪੋਟੈਟੋ ਵਾਲਾ ਜਿਹੜਾ ਰਿਸਰਚ ਇੰਸਟੀਚਿਊਟ ਹੈ ਉਹ ਕਿੱਥੇ ਹੈ, ਸ਼ਿਮਲਾ ਦੇ ਵਿੱਚ ਹੈ, ਠੀਕ ਹੈ। ਨੈਕਸਟ ਕੁਐਸਚਨ ਕੀ ਕਹਿੰਦਾ ਹੈ, ਦ ਪ੍ਰੋਟੈਕਸ਼ਨ ਆਫ ਚਿਲਡਰਨ ਫਰੋਮ ਸੈਕਸ਼ੂਅਲ ਅਫੈਂਸਿਸ ਐਕਟ 2012 ਪ੍ਰੋਟੈਕਟਸ ਚਿਲਡਰਨ ਫਰੋਮ ਆਲ ਆਫ ਦਾ ਫੋਲੋਇੰਗ ਐਕਸੈਪਟ, ਠੀਕ ਹੈ। ਆਪਾਂ ਨੂੰ ਪਤਾ ਹੈ ਜਿਹੜਾ ਪੋਕਸੋ ਐਕਟ ਹੈ ਜਿਹੜਾ ਆਫਟਰ ਨਿਰਭਇਆ ਜਿਹੜਾ ਕਾਂਡ ਹੋਇਆ ਸੀਗਾ, ਉਦੋਂ ਪਹਿਲਾਂ ਵੀ ਮੇਰੇ ਖਿਆਲ 'ਚ ਥੋੜ੍ਹਾ ਜਿਹਾ ਉਹ ਇਹਦੇ ਬਾਰੇ ਗੱਲਾਂ ਚੱਲ ਰਹੀਆਂ ਸੀਗੀਆਂ, ਠੀਕ ਹੈ। 2012 ਦੇ ਵਿੱਚ ਪੋਕਸੋ ਚਿਲਡਰਨ ਵਾਸਤੇ ਜਿਹੜੇ ਸੈਕਸ਼ੂਅਲ ਅਫੈਂਸਿਸ ਹੁੰਦੇ ਨੇ ਉਹਨਾਂ ਵਾਸਤੇ ਬਣਾਇਆ ਗਿਆ ਸੀ ਪੋਕਸੋ ਐਕਟ, ਠੀਕ ਹੈ। ਉਹਦੇ ਵਿੱਚ ਕਹਿੰਦੇ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਮੈਂਸ਼ਨ ਨੇ ਅਤੇ ਕਿਹੜੀ ਨਹੀਂ ਮੈਂਸ਼ਨ, ਇਹ 'ਚੋਂ 4 ਚੀਜ਼ਾਂ ਦਿੱਤੀਆਂ ਹੋਈਆਂ ਨੇ, ਇਹਨਾਂ ਵਿੱਚੋਂ ਇੱਕ ਮੈਂਸ਼ਨ ਨਹੀਂ ਸੀਗੀ, ਉਹ ਆਪਾਂ ਨੇ ਦੱਸਣੀ ਹੈ। ਕੀ ਹੈਗਾ, ਸੈਕਸ਼ੂਅਲ ਹਰਾਸਮੈਂਟ ਮੈਂਸ਼ਨ ਹੈ, ਪੋਰਨੋਗ੍ਰਾਫੀ ਮੈਂਸ਼ਨ ਹੈ, ਸੈਕਸ਼ੂਅਲ ਅਸੋਲਟ ਮੈਂਸ਼ਨ ਹੈ, ਬਟ ਜਿਹੜੀ ਟ੍ਰੈਫਿਕਿੰਗ ਹੈ ਉਹ ਕਿਤੇ ਵੀ ਮੈਂਸ਼ਨ ਨਹੀਂ ਹੈਗੀ ਪੋਕਸੋ ਐਕਟ ਦੇ ਵਿੱਚ ਜਿਹੜਾ 2012 ਦੇ ਵਿੱਚ ਆਇਆ ਸੀਗਾ, ਠੀਕ ਹੈ। ਅਤੇ ਮੈਨੂੰ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਕਿ ਜਿਹੜੇ ਆਪਣਾ ਕੰਸਟੀਟਿਊਸ਼ਨ ਹੈ ਉਹਦੇ ਵਿੱਚ 23 ਅਤੇ 24 ਜਿਹੜੇ ਆਰਟੀਕਲ ਨੇ ਉਹ ਰਾਈਟ ਟੂ ਐਕਸਪਲੋਇਟੇਸ਼ਨ ਦੇ ਅੰਡਰ ਆਉਂਦੇ ਨੇਗੇ, ਠੀਕ ਹੈ। ਆਪਾਂ ਨੂੰ ਪਤਾ ਰਾਈਟ ਟੂ ਐਕਸਪਲੋਇਟੇਸ਼ਨ ਕਿਹੜੇ ਨੇਗੇ, 23 ਅਤੇ 24 ਆਰਟੀਕਲ ਨੇਗੇ। ਇਹਨਾਂ ਦੋਨਾਂ ਵਿੱਚੋਂ ਹਿਊਮਨ ਟ੍ਰੈਫਿਕਿੰਗ ਦੇ ਅਗੇਂਸਟ ਕਿਹੜਾ ਆਰਟੀਕਲ ਕੰਮ ਕਰਦਾ ਹੈਗਾ ਉਹ ਤੁਸੀਂ ਮੈਨੂੰ ਦੱਸਿਓ, ਕਿਉਂਕਿ ਟ੍ਰੈਫਿਕਿੰਗ ਦਾ ਕੁਐਸਚਨ ਆ ਗਿਆ ਤਾਂ ਅੱਗੇ ਵੀ ਕੁਐਸਚਨ ਪੁੱਛੇ ਜਾ ਸਕਦੇ ਨੇ, ਠੀਕ ਹੈ। ਤਾਂ 23 ਅਤੇ 24 ਦੇ ਵਿੱਚੋਂ ਇਹਨਾਂ ਦੋਨਾਂ ਵਿੱਚੋਂ ਕਿਹੜਾ ਆਰਟੀਕਲ ਹਿਊਮਨ ਟ੍ਰੈਫਿਕਿੰਗ 'ਤੇ ਰੋਕ ਲਗਾਉਂਦਾ ਹੈਗਾ ਉਹ ਤੁਸੀਂ ਮੈਨੂੰ ਦੱਸਿਓ, ਠੀਕ ਹੈ। ਇਹ ਕੀ ਸੀਗਾ ਤੁਹਾਡੇ ਅੱਜ ਦੇ ਕੁਐਸਚਨ ਸੀਗੇ, 20 ਕੁਐਸਚਨ ਆਪਾਂ ਨੇ ਅੱਜ ਡਿਸਕਸ ਕੀਤੇ। ਨੈਕਸਟ ਵੀਡੀਓ 'ਚ ਆਪਾਂ ਅਗਲੇ 20 ਕਰਾਂਗੇ। ਐਵੇਂ ਕਰਦੇ ਕਰਦੇ ਜਿੰਨੇ ਤੱਕ ਤੁਹਾਡੇ ਪੇਪਰ ਨਹੀਂ ਹੋ ਜਾਂਦੇ ਆਪਾਂ ਡਿਸਕਸ ਕਰਦੇ ਰਹਾਂਗੇ, ਠੀਕ ਹੈ। ਤੁਸੀਂ ਸਪੋਰਟ ਬਣਾਏ ਰੱਖਿਓ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਲਓ ਚੈਨਲ ਨੂੰ, ਠੀਕ ਹੈ। ਥੈਂਕ ਯੂ ਸੋ ਮਚ।